ਸਵਾਗਤ। ਮੈਂ ਹਾਂ ਜਗਤਾਰ ਅਨਜਾਨ, ਤੁਸੀਂ ਵੇਖ ਰਹੇ ਹੋ ਉਡਾਨ ਨਿਊਜ਼ 24। ਅੱਜ ਅਸੀਂ ਖੜ੍ਹੇ ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀ ਖੁਰਦ ਵਿਖੇ। ਜਿਵੇਂ ਕਿ ਆਪਾਂ ਜਾਣਦੇ ਹਾਂ, ਪੂਰੇ ਦੇਸ਼ ਦੀ ਜਿਹੜੀ ਆਬੋ ਹਵਾ ਹੈਗੀ ਹੈ ਕਿਸਾਨੀ ਅੰਦੋਲਨ ਕਰਕੇ ਬਦਲੀ ਹੋਈ ਹੈ। ਪਿੰਡਾਂ ਦੇ ਪਿੰਡ ਬਦਲ ਰਹੇ ਆ, ਜਿੱਥੇ ਸਾਡਾ ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਉਸਾਰ ਹੈ ਜਿਹੜਾ ਲਗਾਤਾਰ ਬਦਲ ਰਿਹਾ, ਉਹਦੇ 'ਤੇ ਸਮੁੱਚੀ ਗੱਲਬਾਤ ਕਰਨ ਦੇ ਲਈ ਸਾਡੇ ਅੱਜ ਉਡਾਨ ਨਿਊਜ਼ 24 ਦੇ ਸੀਨੀਅਰ ਸਾਡੇ ਸਾਥੀ ਹਰਜਿੰਦਰ ਸਿੱਧੂ ਜੀ ਮੇਰੇ ਨਾਲ ਨੇ। ਅਸੀਂ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਦੇ ਗੀਤਾਂ ਤੋਂ ਲੈ ਕੇ ਸਾਹਿਤਕ ਉਸਾਰੀਆ ਜਿਹੜਾ ਹੈਗਾ, ਪੰਜਾਬ ਦੀਆਂ ਕੰਧਾਂ, ਪਿੰਡਾਂ ਦੀਆਂ ਕੰਧਾਂ ਜਿਹੜੀਆਂ ਉਹ ਬੋਲਣ ਲੱਗੀਆਂ, ਔਰ ਖਾਸ ਕਰਕੇ ਪੰਜਾਬ ਨੂੰ ਇੱਕ ਏਕੇ 'ਚ ਪਰੋਇਆ। ਇਹ ਸਮੁੱਚੀ ਗੱਲਬਾਤ ਕਰਨ ਦੇ ਲਈ ਅਸੀਂ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਦੇ ਲਈ ਮੇਰੇ ਨਾਲ ਨੇ ਹਰਜਿੰਦਰ ਸਿੱਧੂ। ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਾਂ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ, ਸ਼ੁਕਰੀਆ ਜਗਤਾਰ। ਸਿੱਧੂ ਸਾਹਿਬ, ਬਹੁਤ ਜਿਹੜਾ ਜਾਣੀ ਕਹਿ ਸਕਦੇ ਹਾਂ ਕਿ ਪੰਜਾਬ ਦਾ ਜਿਹੜਾ ਪਹਿਲਾਂ ਵਾਲਾ ਪੰਜਾਬ ਅਸੀਂ ਵੇਖਦੇ ਹਾਂ ਔਰ ਅੱਜ ਵਾਲਾ ਜਿਹੜਾ ਪੰਜਾਬ ਹੈ, ਉਹਦਾ ਜਿਹੜਾ ਬਹੁਤ ਸਾਰਾ ਜਿਹੜਾ ਖਾਸ ਕਰਕੇ ਇਹ ਆਦਾਨ ਪ੍ਰਦਾਨ ਹੁੰਦਾ ਜਦੋਂ ਸਾਹਿਤਕ ਜਿਹੜੀ ਚੀਜ਼ ਹੈ, ਵੰਨਗੀਆਂ ਬਦਲਦੀਆਂ, ਸਾਡੇ ਗੀਤਾਂ ਦੇ ਬੋਲ ਹੈ ਜਿਹੜੇ ਬਦਲਦੇ ਆ। ਔਰ ਇਸ ਨੂੰ ਕਿਸ ਨਜ਼ਰੀਏ ਤੋਂ ਤੁਸੀਂ ਦੇਖਦੇ ਹੋ ਕਿ ਪਹਿਲਾਂ ਵਾਲਾ ਪੰਜਾਬ ਕਿਹੋ ਜਿਹਾ ਪੰਜਾਬ ਹੈ, ਜਿਹੜਾ ਅੱਜ ਦਾ ਪੰਜਾਬ ਹੈ, ਉਹਦੇ 'ਚ ਕੀ ਅੰਤਰ ਹੈ? ਬਿਲਕੁਲ ਜਗਤਾਰ, ਤੁਸੀਂ ਜਿਵੇਂ ਕਿ ਭੂਮਿਕਾ ਦੇ ਵਿੱਚ ਕਿਹਾ ਹੈ ਨਾ, ਕਾਫੀ ਕੁਝ ਬਦਲ ਰਿਹਾ। ਮੈਂ ਤੁਹਾਡੇ ਸਵਾਲ ਦਾ ਜਵਾਬ ਦਿੰਦਿਆਂ ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਲੈ ਕੇ ਜਾਣਾ। 1.5-2 ਸਾਲ ਪਹਿਲਾਂ ਆਪਣੇ, ਜੇਕਰ ਮੈਂ ਸੱਭਿਆਚਾਰਕ ਪੱਖ ਤੋਂ ਗੱਲ ਕਰਾਂ ਹੈ ਨਾ, ਮੈਂ ਗੱਲ ਇੱਥੋਂ ਸ਼ੁਰੂ ਕਰਨਾ ਚਾਹੁੰਦਾ ਕਿਉਂਕਿ ਜਿਹੜੀ ਸਾਡੀ ਸੱਭਿਅਤਾ, ਸਾਡਾ ਸੱਭਿਆਚਾਰ ਆ ਜਾਂ ਸਾਡਾ ਸਾਹਿਤਕ ਖੇਤਰ ਆ, ਇਹ ਸਾਡੇ ਸੱਭਿਆਚਾਰ ਤੋਂ ਇਹਨਾਂ ਚੀਜ਼ਾਂ ਤੋਂ ਹੀ ਬਦਲਣਾ ਸ਼ੁਰੂ ਹੁੰਦਾ। ਅਸੀਂ ਕਿਹੋ ਜਿਹਾ ਸਿਰਜ ਰਹੇ ਹਾਂ ਸਮਾਜ ਦੇ ਵਿੱਚ, ਹੈ ਨਾ। 1.5-2 ਸਾਲ ਪਿੱਛੇ ਚੱਲਦੇ ਹਾਂ। ਸਾਡੇ ਖੁਸ਼ੀ ਦੇ ਵਿੱਚ, ਵਿਆਹਾਂ ਸ਼ਾਦੀਆਂ 'ਚ ਕਿਹੋ ਜਿਹੇ ਗੀਤ ਹੁੰਦੇ ਸਨ? ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਪਿੰਡ ਬਣਿਆ ਪਿਆ ਗੈਂਗਲੈਂਡ, ਠੀਕ ਹੈ ਨਾ, ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ, ਜਾਂ ਪਊਏ ਜਿੱਡੇ ਕੱਦ ਵਾਲੀਏ, ਸਮਥਿੰਗ ਵਗੈਰਾ ਵਗੈਰਾ, ਠੀਕ ਹੈ ਨਾ। ਉਹ ਅਸੀਂ ਐਕਸੈਪਟ ਕਰ ਲਏ ਸੀ, ਪ੍ਰਵਾਨ ਕਰ ਲਏ ਸੀ। ਜਿਵੇਂ ਸਾਡੇ ਅੱਗੇ ਪਰੋਸਤਾ ਅਸੀਂ ਪ੍ਰਵਾਨ ਕਰ ਲਏ ਵੀ ਹਾਂ, ਅਤੇ ਉਹੀ ਸਾਨੂੰ ਅੱਗੇ ਲਿਜਾ ਰਹੇ ਸੀ। ਪਰ ਇੱਕਦਮ ਫਿਜ਼ਾ ਬਦਲੀ। ਇਸ ਤੋਂ ਬਗੈਰ ਹੋਰ ਕੀ ਸੀ? ਅਸੀਂ ਜਿਸ ਤਰ੍ਹਾਂ ਦਾ ਖਾਣ ਪੀਣ ਖਾਂਦੇ ਜਾ ਰਹੇ ਸੀ ਉਹ ਵੀ ਅਸੀਂ ਪ੍ਰਵਾਨ ਕਰ ਲਿਆ। ਅਸੀਂ ਜਿਹੋ ਜਿਹੇ ਮਾਹੌਲ ਦੇ ਵਿੱਚ ਰਹਿ ਲਏ ਸੀ ਉਹ ਵੀ ਅਸੀਂ ਪ੍ਰਵਾਨ ਕਰ ਲਿਆ। ਕੀ ਹੋ ਰਿਹਾ ਸਮਾਜ ਦੇ ਵਿੱਚ, ਅਸੀਂ ਕਿਤੇ ਨਾ ਕਿਤੇ ਅੱਖਾਂ ਬੰਦ ਕਰ ਲੈਂਦੇ ਸੀ। ਥੋੜ੍ਹੇ ਬਹੁਤੇ ਕੁਝ ਚਿੰਤਨਸ਼ੀਲ ਲੋਕ ਉਸ 'ਤੇ ਪ੍ਰਤੀਕਰਮ ਕਰਦੇ ਸੀ। ਜ਼ਿਆਦਾਤਰ ਲੋਕਾਂ ਨੂੰ ਸੁੱਤੀ ਜ਼ਮੀਰ ਵਾਲੇ ਕਿਹਾ ਜਾਂਦਾ ਸੀ ਵੀ ਸੁੱਤੀ ਸੁਰਤ ਵਾਲੇ ਨੇ, ਸੌਂ ਗਏ ਨੇ, ਠੀਕ ਆ ਨਾ। ਪਰ ਫਿਜ਼ਾ ਬਦਲੀ। ਜਦੋਂ ਫਿਜ਼ਾਵਾਂ ਬਦਲਦੀਆਂ ਨੇ ਤਾਂ ਫਿਰ ਉਦੋਂ ਜਿਹੜਾ ਹੈਗਾ ਇੱਕ ਪਰਿਵਰਤਨ ਆਉਂਦਾ। ਅਤੇ ਬਦਲਾਅ ਕੁਦਰਤ ਦਾ ਇੱਕ ਨਿਯਮ ਆ, ਬਦਲਾਅ ਆਉਂਦਾ ਹੀ ਆ, ਸਮਾਂ ਪਾ ਕੇ ਆਉਂਦਾ, ਠੀਕ ਹੈ ਨਾ। ਪਹਿਲਾਂ ਸਾਡੇ ਨੌਜਵਾਨਾਂ ਪ੍ਰਤੀ ਕਿਹੋ ਜਿਹੇ ਪ੍ਰਤੀਕਰਮ ਹੁੰਦੇ ਸੀ ਸਮਾਜ ਦੇ? ਇਹ ਤਾਂ ਜੀ ਨਸ਼ੇੜੀ ਹੋ ਗਏ ਨੇ ਜੀ। ਜ਼ਿਆਦਾਤਰ ਪੰਜਾਬ ਜੀ ਬਾਹਰ ਚਲਾ ਗਿਆ। ਇੱਥੇ ਕੌਣ ਰਹਿ ਗਏ? ਇੱਥੇ ਤਾਂ ਜੀ ਚਿੱਟਾ ਪੀਣ ਵਾਲੇ ਰਹਿ ਗਏ ਜਾਂ ਵੇਚਣ ਵਾਲੇ ਰਹਿ ਗਏ। ਇੱਥੇ ਤਾਂ ਜੀ ਸਿਆਸੀ ਪਾਰਟੀਆਂ ਪਿੱਛੇ ਲੜਾਈਆਂ ਕਰਨ ਵਾਲੇ ਰਹਿ ਗਏ, ਠੀਕ ਹੈ ਨਾ ਜੀ, ਜਾਂ ਵਗੈਰਾ ਵਗੈਰਾ। ਇਸ ਤਰ੍ਹਾਂ ਦੇ ਸਾਡੇ ਲਈ ਸ਼ਬਦ ਵਰਤੇ ਜਾਂਦੇ ਸਨ। ਪਰ ਇਸ ਕਿਸਾਨੀ ਸੰਘਰਸ਼ ਨੇ, ਮੈਂ ਜਿਹੜਾ ਵਿਸ਼ੇਸ਼ ਤੌਰ 'ਤੇ ਵੇਖ ਰਿਹਾ ਕਿਸਾਨੀ ਸੰਘਰਸ਼ ਨੂੰ, ਕਿ ਇਸ ਕਿਸਾਨੀ ਸੰਘਰਸ਼ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਪ੍ਰਤੀਕਰਮ ਬਦਲਤੇ ਜੀ। ਜਿਹੜੇ ਨੌਜਵਾਨਾਂ ਨੂੰ ਨਸ਼ੇੜੀ ਕਿਹਾ ਜਾਂਦਾ ਸੀ, ਉਹਨਾਂ ਖਾਤਰ ਹੁਣ ਵਿਸ਼ੇਸ਼ ਤੌਰ 'ਤੇ ਗੀਤ ਆ ਰਹੇ ਨੇ, ਜਿੰਦਾਬਾਦ ਨਹੀਂ ਜ਼ੁਬਾਨੀ ਹੈ, ਬਿਲਕੁਲ, ਮਾਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ, ਠੀਕ ਹੈ ਨਾ। ਬੱਚੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਜੀ ਬੱਚੇ ਤਾਂ ਜੀ ਵੀਡੀਓ ਗੇਮਾਂ 'ਚ ਹੀ ਬੜੇ ਰਹਿੰਦੇ ਨੇ, ਬੱਚਿਆਂ ਨੂੰ ਤਾਂ ਜੀ ਹੋਮਵਰਕ ਨੇ ਮਾਰ ਲਿਆ, ਉਹ ਬੱਚੇ ਮੈਂ ਦਿੱਲੀ ਦੇ ਵਿੱਚ ਸੰਘਰਸ਼ 'ਚ ਸ਼ਮੂਲੀਅਤ ਕਰਦੇ ਵੇਖੇ ਜੀ। ਬਜ਼ੁਰਗ ਉੱਥੇ ਸੰਘਰਸ਼ ਕਰਦੇ ਦੇਖੇ ਮੈਂ। ਸਾਡੀਆਂ ਮਾਵਾਂ, ਧੀਆਂ, ਭੈਣਾਂ ਉਹ ਉੱਥੇ ਸੰਘਰਸ਼ ਦੇ ਵਿੱਚ ਬਰਾਬਰ ਦੀ ਹਾਜ਼ਰੀ ਲਗਵਾ ਰਹੇ ਨੇ। ਗੀਤਾਂ ਦੇ ਹੁਣ ਕਿਹੋ ਜਿਹੇ ਸਮੀਕਰਨ ਬਣ ਗਏ। ਮੈਂ ਗੱਲ ਕਰਨੀ ਚਾਹਾਂਗਾ ਸਤਿੰਦਰ ਸਰਤਾਜ ਦੇ ਗੀਤ ਤੋਂ, ਆ ਵੇਖ ਕਲਾਮਾਂ ਚੜ੍ਹਦੀਆਂ ਨੇ। ਪੰਜਾਬ ਨੂੰ ਚੜ੍ਹਦੀ ਕਲਾ ਵਾਲਾ ਪੰਜਾਬ ਬਣਾਤਾ। ਬਿਲਕੁਲ। ਹੁਣ ਸਾਡੀ ਡਿਮਾਂਡ ਕੀ ਹੋ ਗਈ? ਤੁਸੀਂ ਵੀ ਵਿਆਹ ਅਟੈਂਡ ਕਰਦੇ ਹੋ, ਮੈਂ ਵੀ ਇਹਨਾਂ ਦਿਨਾਂ 'ਚੋਂ 5-4 ਵਿਆਹਾਂ 'ਚੋਂ ਵਿਚ ਰਿਹਾ। ਡੀਜੇ ਦੇ ਗੀਤ ਕਿਹੜੇ ਹੁੰਦੇ ਆ? ਪੇਚਾ ਪੈ ਗਿਆ ਸੈਂਟਰ ਨਾਲ, ਅਸੀਂ ਲੈ ਕੇ ਮੁੜਾਂਗੇ ਪੰਜਾਬ ਹੱਕ ਦਿਲ ਗਏ, ਠੀਕ ਆ ਨਾ, ਜਾਂ ਖਿੱਚ ਲਓ ਤਿਆਰੀ, ਠੀਕ ਆ ਨਾ, ਸਾਡੀ ਪੈਲੀ 'ਚ ਕੋਈ ਬਗਾਨਾ ਪੈਰ ਪੈ ਗਿਆ। ਮੀਨਜ਼ ਉਹ ਗੀਤ ਜਿਹੜੇ ਸਾਡੀ ਜ਼ਮੀਰ ਨਾਲ ਜੁੜ ਗਏ, ਹੁਣ ਸਾਡੀ ਸ਼ਖਸੀਅਤ ਨਾਲ ਜੁੜ ਗਏ ਨੇ, ਸਾਡੇ ਖੇਤਾਂ ਨਾਲ ਜੁੜੇ ਹੋਏ ਨੇ। ਮੈਂ ਇੱਥੇ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਨਾ ਚਾਹੁੰਦਾ ਗਾ, ਜਿਹੜੇ ਪਿੰਡ ਦੇ ਵਿੱਚ ਅਸੀਂ ਅੱਜ ਖੜ੍ਹੇ ਹਾਂ, ਮੰਡੀ ਖੁਰਦ ਦੇ ਵਿੱਚ। ਮੰਡੀ ਖੁਰਦ ਤੋਂ ਪਹਿਲਾਂ ਇੱਕ ਪਿੰਡ ਮੈਂ ਸੋਸ਼ਲ ਮੀਡੀਆ 'ਤੇ ਹੋਰ ਵੇਖਿਆ, ਮਹੇਸ਼ਰੀ ਸੰਧੂਆਂ, ਮੋਗੇ ਜ਼ਿਲ੍ਹੇ ਦਾ ਪਿੰਡ ਹੈ, ਜਿੱਥੋਂ ਦੇ ਇੱਕ ਨੌਜਵਾਨ ਦਾ ਮੈਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਨਾ ਚਾਹੁੰਦਾ, ਹਰਜਿੰਦਰ ਮਹੇਸ਼ਰੀ, ਜਿਹਨੇ ਆਪਣੇ ਪਿੰਡ ਦੇ ਵਿੱਚ ਕੁਝ ਨੌਜਵਾਨਾਂ ਨਾਲ ਰਲ ਕੇ
ਸਪੈਸ਼ਲੀ ਉਸ ਪਿੰਡ ਦੇ ਵਿੱਚ ਵੱਖਰੇ ਵੱਖਰੇ ਸਲੋਗਨ, ਗੀਤਾਂ ਦੀਆਂ ਤੁਕਾਂ ਔਰ ਹੋਰ ਸਾਰੇ ਐਂਟੀ ਜਿਹੜੇ ਹੈਗੇ ਨੇ ਇਸ ਫਾਰਮਰ ਬਿੱਲ ਜਿਹੜੇ ਬਣੇ ਨੇ, ਇਹਨਾਂ ਦੇ ਵਿਰੋਧ ਦੇ ਵਿੱਚ ਆਪਦੇ ਪਿੰਡ ਦੇ ਵਿੱਚ ਵਾਲ ਪੇਂਟਿੰਗਸ ਕਰਵਾਈਆਂ। ਠੀਕ ਹੈ। ਸੇਮ ਦ੍ਰਿਸ਼ ਮੈਨੂੰ ਇਸ ਪਿੰਡ ਦੇ ਵਿੱਚ ਦੇਖਣ ਨੂੰ ਮਿਲਿਆ। ਮੈਂ ਸਾਹਮਣੇ ਦੇਖ ਰਿਹਾ ਸੱਚ ਸੜਕਾਂ ਤੇ, ਸਲਾਹਾਂ ਕਮਰਿਆਂ 'ਚ ਤੇ ਝੂਠ ਟੀਵੀ ਤੇ, ਕਹਿਣ ਤੋਂ ਭਾਵ ਗੋਦੀ ਮੀਡੀਆ ਦੇ ਉੱਪਰ ਵੀ। ਠੀਕ ਆ ਨਾ। ਖੇਤੀ ਕਾਲੇ ਕਾਨੂੰਨ ਜਿਹੜੇ ਹੈਗੇ ਨੇ ਰੱਦ ਕਰੋ, ਇਸ ਤਰ੍ਹਾਂ ਦੇ ਹੋਰ ਵੀ ਪਿੰਡ ਦੇ ਵਿੱਚ ਆਈ ਲਵ ਖੇਤੀ ਮੈਂ ਦੇਖਿਆ ਹੈ ਨਾ, ਆਈ ਲਵ ਖੇਤੀ ਕੰਧਾਂ ਤੇ ਲਿਖਿਆ ਹੋਇਆ। ਤਾਂ ਇਹ ਸਾਰੇ ਜਿਹੜੀ ਹੈਗੀ ਆ ਫਿਜ਼ਾ ਬਦਲੀ ਆ। ਇਸ ਫਿਜ਼ਾ ਨੇ ਸਾਡਾ ਸਾਰਾ ਹੀ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਜਿਵੇਂ ਸ਼ਬਦ, ਕਿਉਂਕਿ ਮੈਂ ਕਿਸਾਨੀ ਝੰਡੇ 14,000 ਫੁੱਟ ਦੀ ਉੱਪਰ ਜਿਹੜੇ ਪੈਰਾਗਲਾਈਡਰ ਨੇ ਉਹ ਵੀ ਚਲਾਉਂਦੇ ਵੇਖੇ ਨੇ। ਕੁਝ ਸਾਡੇ ਬਠਿੰਡੇ ਜ਼ਿਲ੍ਹੇ ਦੇ ਕੁਝ ਨੌਜਵਾਨ ਨੇ ਪਿੱਛੇ ਟਰੈਕਿੰਗ ਕੈਂਪ ਲੱਗਿਆ ਸੀ ਤੇ ਸਭ ਤੋਂ ਉੱਚੀ ਚੋਟੀ, ਹਿਮਾਚਲ ਦੀ ਸਭ ਤੋਂ ਉੱਚੀ ਚੋਟੀ ਤੇ ਝੰਡਾ ਲਹਿਰਾਇਆ। ਇੱਕ ਸਾਡਾ ਗੋਤਾਖੋਰ ਧਰਤੀ 'ਚ ਥੱਲੇ ਸਮੁੰਦਰ 'ਚ ਝੰਡਾ ਉਹ ਨਾਲ ਲੈ ਕੇ ਗਿਆ। ਮਤਲਬ ਸਾਡੀ ਸ਼ਖਸੀਅਤ ਨਾਲ ਜੁੜ ਗਏ। ਬਿਲਕੁਲ ਸਿੱਧੂ ਸਾਹਿਬ, ਮੈਂ ਸਮਝਦਾ ਕਿ ਜਿਵੇਂ ਜਨਮ 'ਤੇ ਜਦੋਂ ਬੱਚਾ ਜਨਮ ਲੈਂਦਾ ਹੈ ਤੇ ਅੱਜ ਕੱਲ੍ਹ ਜਿਹੜਾ ਕੇਕ ਹੈ ਉਹ ਵੀ ਕਿਸਾਨੀ ਦੇ ਰੰਗ 'ਚ ਰੰਗਿਆ ਗਿਆ। ਮੈਂ ਤੁਸੀਂ ਗੱਲ ਸਾਂਝੀ ਕਰਤੀ, ਮੈਂ ਇੱਧਰ ਹੀ ਆ ਰਿਹਾ ਸੀ। ਪਹਿਲਾਂ ਕੀ ਹੁੰਦਾ ਸੀ, ਸਾਡਾ ਇੱਕ ਟ੍ਰੈਂਡ ਬਣ ਗਿਆ ਹੈ ਨਾ, ਅਸੀਂ ਐਨਵਰਸਰੀ ਮਨਾਉਂਦੇ ਹਾਂ, ਬਰਥਡੇ ਮਨਾਉਂਦੇ ਹਾਂ ਬੱਚੇ ਦਾ, ਹੈ ਨਾ, ਹੋਰ ਕੋਈ ਸੈਲੀਬ੍ਰੇਸ਼ਨ ਕਰਦੇ ਹਾਂ। ਅੱਗੇ ਸਾਡੇ ਕੀ ਹੁੰਦੇ ਸੀ, ਕੇਕ ਦੇ ਉੱਪਰ ਜਿਹੜੇ ਸਲੋਗਨ ਵਗੈਰਾ ਬਣੇ ਹੁੰਦੇ ਸੀ, ਅਸੀਂ ਲਵ ਵਗੈਰਾ ਇਸ ਤਰ੍ਹਾਂ ਦਾ, ਦਿਲ ਵਗੈਰਾ ਇਸ ਤਰ੍ਹਾਂ ਦੀ ਚੀਜ਼ ਬਣਾਉਂਦੇ, ਹੈ ਨਾ, ਹੈਪੀ ਬਰਥਡੇ, ਹੈਪੀ ਐਨਵਰਸਰੀ ਲਿਖਵਾਉਂਦੇ। ਹੁਣ ਕਿਸ ਤਰ੍ਹਾਂ ਦੇ ਸਾਡੇ ਸਲੋਗਨ ਆ ਰਹੇ ਨੇ, ਉਹਨਾਂ ਦੇ ਉੱਪਰ ਲਿਖਿਆ ਕਿਸਾਨੀ ਝੰਡਾ ਲੱਗਿਆ ਹੁੰਦਾ, ਉਹਨਾਂ ਦੇ ਉੱਪਰ ਸਾਡਾ ਕਿਸਾਨ ਮਜ਼ਦੂਰ ਏਕਤਾ ਸ਼ਬਦ ਲਿਖੇ ਹੁੰਦੇ ਨੇ। ਠੀਕ ਹੈ ਨਾ। ਮਤਲਬ ਉਹ ਹੁਣ ਕੇਕ ਦੇ ਉੱਪਰ ਥੋੜ੍ਹੀ ਇੱਕ ਨਵੀਂ ਤਕਨੀਕ ਆ ਗਈ ਆ, ਝੰਡਾ ਉਹ ਛਪ ਜਾਂਦੀ, ਆਪਣੀ ਫੋਟੋ ਵਗੈਰਾ ਵੀ ਛਪ ਜਾਂਦੀ ਆ, ਤੁਸੀਂ ਦੇਖੀਆਂ ਸੋਸ਼ਲ ਮੀਡੀਆ 'ਤੇ। ਉਹ ਸਾਰੀਆਂ ਜਿਹੜੀਆਂ ਹੈਗੀਆਂ ਚੀਜ਼ਾਂ ਸਾਡੀ ਸ਼ਖਸੀਅਤ ਨਾਲ ਜੁੜ ਗਈਆਂ ਨੇ, ਸਾਡਾ ਇੱਕ ਸੱਭਿਆਚਾਰ ਹੀ ਬਣ ਗਿਆ। ਇਸ ਤੋਂ ਬਗੈਰ ਅਸੀਂ ਹੁਣ ਇਹ ਸਮਝ ਲਓ ਮਹਿਸੂਸ ਹੋਣ ਲੱਗ ਗਿਆ ਅਸੀਂ ਅਧੂਰੇ ਹਾਂ। ਠੀਕ ਹੈ ਨਾ। ਉਹ ਸਾਰੇ ਨੌਜਵਾਨ ਜਿਹੜੇ ਕਹਿੰਦੇ ਸੀ ਜੀ ਇਸ ਤਾਂ ਖੁੰਡਾਂ 'ਤੇ ਬੈਠੇ ਆ, ਨੌਜਵਾਨਾਂ 'ਤੇ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਜੀ ਬਸ ਕੁਛ ਨਹੀਂ ਕਰਦੇ ਹੈਗੇ, ਉਹ ਹੁਣ ਕੀ ਕਰ ਰਹੇ ਆ, ਇੱਕ ਦੂਸਰੇ ਨਾਲ ਬੇਬ ਬਣਾ ਕੇ ਵੀ ਦਿੱਲੀ ਚੱਲੋ, ਦਿੱਲੀ ਚੱਲੋ। ਇਹ ਸਾਰਾ ਜਿਹੜਾ ਸਮੀਕਰਨ ਬਦਲਿਆ, ਇਹਨੂੰ ਮੈਂ ਭਵਿੱਖ ਦੇ ਸੰਦਰਭ 'ਚ ਅਗਰ ਕਹਾਂ ਤਾਂ ਸ਼ੁਭ ਸੰਕੇਤ ਆ, ਇੱਕ ਚੰਗਾ ਸ਼ਗਨ ਆ ਸਾਡੀ ਆਉਣ ਵਾਲੀ ਪੀੜ੍ਹੀ ਲਈ। ਇੱਕ ਹਰਜਿੰਦਰ ਜੀ, ਜਿਹੜਾ ਆਪਾਂ ਦੇਖਦੇ ਹਾਂ ਕਿ ਪਿਛਲੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਵੋਟਾਂ ਵੀ ਪਈਆਂ ਔਰ ਖਾਸ ਕਰਕੇ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਹੈ, ਰਾਜਨੀਤਿਕ ਮਾਹੌਲ ਬਦਲਦਾ ਹੈ ਤੇ ਪਿੰਡਾਂ ਔਰ ਸ਼ਹਿਰਾਂ ਦੇ ਜਿਹੜਾ ਇਸ ਕਿਸਾਨੀ ਅੰਦੋਲਨ ਦਾ ਜੇ ਆਪਾਂ ਜ਼ਿਕਰ ਕਰੀਏ ਤਾਂ ਕੀ ਅਸਰ ਦੇਖਣ ਨੂੰ ਮਿਲਦਾ ਹੈ? ਮਤਲਬ ਕੀ ਲੱਗਦਾ ਤੁਹਾਨੂੰ ਕਿ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਜਿਹਦੀ ਆਪਾਂ ਲਗਾਤਾਰ ਚਰਚਾ ਕਰ ਰਹੇ ਹਾਂ ਔਰ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਬਦਲਾਅ ਹੈ ਜਿਹੜਾ ਉਹ ਦੇਖਣ ਨੂੰ ਮਿਲਿਆ? ਬਿਲਕੁਲ ਜਗਤਾਰ, ਬਹੁਤ ਸੋਹਣਾ ਸਵਾਲ ਤੁਸੀਂ ਪੁੱਛਿਆ। ਬਦਲਾਵ ਦੀ ਗੱਲ ਕਰੀਏ ਤਾਂ ਮੈਂ ਥੋੜ੍ਹਾ ਜਿਹਾ ਹੋਰ ਤੁਹਾਨੂੰ ਪਿੱਛੇ ਲੈ ਕੇ ਜਾਣਾ। ਪਹਿਲਾਂ ਕੀ ਹੁੰਦਾ ਸੀਗਾ, ਪਿੰਡਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਲਈ ਬੱਸਾਂ ਭਰੀਆਂ ਜਾਂਦੀਆਂ ਸੀ, ਰਾਜਨੀਤਿਕ ਪਾਰਟੀਆਂ ਲਈ ਟਰੈਕਟਰ ਟਰਾਲੀਆਂ ਦੇ ਕਾਫਲੇ ਬਣਾ ਕੇ ਲਿਜਾਏ ਜਾਂਦੇ ਸੀ ਵੀ ਫਲਾਣੇ ਲੀਡਰ ਦੀ ਆਪਾਂ ਜੀ ਸਪੋਰਟ 'ਤੇ ਜਾਣਾ ਆ। ਅੱਜ ਕੱਲ੍ਹ ਕੀ ਚੱਲ ਰਿਹਾ, ਅੱਜ ਕੱਲ੍ਹ ਪਿੰਡਾਂ ਦੇ ਵਿੱਚ ਪੰਚਾਇਤਾਂ ਵੱਲੋਂ ਮਤੇ ਪਾਏ ਜਾ ਰਹੇ ਆ ਵੀ ਭਾਈ ਫਲਾਣੇ ਵਾਰਡ ਦੇ ਵਿੱਚੋਂ ਇੰਨੇ ਜਣੇ ਦਿੱਲੀ ਜਾਣਗੇ। ਜਦੋਂ ਉਹ ਉੱਥੋਂ ਵਾਪਸ ਆ ਗਏ ਉਸ ਤੋਂ ਬਾਅਦ ਦੂਸਰੇ ਦਿਨ ਹੀ ਫਲਾਣੇ ਵਾਰਡ ਦੇ ਵਿੱਚੋਂ ਇੰਨੇ ਜਣੇ ਜਾਣਗੇ। ਮਤਲਬ ਹੁਣ ਕਿਸਾਨੀ ਸੰਘਰਸ਼ 'ਤੇ ਹੀ ਇਕਾਗਰਤਾ ਬਣ ਗਈ ਆ, ਹਰ ਪਿੰਡ ਦੀ, ਹਰ ਸ਼ਹਿਰ ਦੀ, ਹਰ ਨਗਰ ਦੀ, ਕਿਉਂਕਿ ਬਹੁਤ ਲਾਜ਼ਮ ਹੋ ਗਿਆ ਵੀ ਹੁਣ ਪਿੰਡਾਂ ਦੇ ਵਿੱਚ ਉਸ ਗੱਲ ਨੂੰ ਨਹੀਂ ਤਰਜੀਹ ਦਿੱਤੀ ਜਾਂਦੀ ਵੀ ਅੱਜ ਜੀ ਫਲਾਨੀ ਪਾਰਟੀ ਦਾ ਲੀਡਰ ਇੱਥੇ ਆਇਆ ਹੋਇਆ, ਫਲਾਨੀ ਪਾਰਟੀ ਦਾ ਉੱਧਰ ਆਇਆ ਹੋਇਆ। ਮੈਂ ਥੋੜ੍ਹਾ ਜਿਹਾ ਜ਼ਿਕਰ ਕਰਨਾ ਚਾਹੁੰਦਾ, ਥੋੜ੍ਹੇ ਕੁ ਦਿਨ ਪਹਿਲਾਂ ਹੀ MC ਚੋਣਾਂ ਲੰਘ ਕੇ ਹਟੀਆਂ ਨੇ। MC ਚੋਣਾਂ ਦੇ ਵਿੱਚ ਜਿਸ ਤਰ੍ਹਾਂ ਸਿਆਸੀ ਪਾਰਟੀਆਂ ਨੂੰ, ਸਿਆਸੀ ਲੀਡਰਾਂ ਨੂੰ ਨਕਾਰਿਆ ਗਿਆ ਲੋਕਾਂ ਵੱਲੋਂ, ਇਹ ਹੈਰਾਨੀਜਨਕ ਆ। ਪੰਜਾਬ ਦੇ ਵਿੱਚ ਕੋਈ ਦੋ ਰਾਏ ਨਹੀਂ, ਭਾਵੇਂ ਜ਼ਿਆਦਾਤਰ ਸੀਟਾਂ ਦੇ ਉੱਪਰ ਸੱਤਾ ਧਿਰ ਕਾਬਜ਼ ਹੋਈ ਆ, ਇਸ ਨੂੰ ਆਪਾਂ ਡਿਨਾਈ ਨਹੀਂ ਕਰ ਸਕਦੇ। ਚਲੋ ਉਹ ਤਾਂ ਇਹ ਆਪਾਂ ਮੰਨ ਲੈਂਦੇ ਹਾਂ ਕਿ ਜਿਹਦੀ ਸੱਤਾ ਹੁੰਦੀ ਹੈ ਤੇ ਅਕਸਰ ਜਿਹੜੀਆਂ ਇਹਨਾਂ ਚੋਣਾਂ ਦੇ ਨਤੀਜੇ ਆ ਉਹ ਸੱਤਾ ਧਿਰ ਦੇ ਪੱਖ 'ਚ ਹੀ ਆਉਂਦੇ ਰਹੇ ਆ, ਪਹਿਲਾਂ ਵੀ ਆਪਾਂ ਵੇਖਦੇ ਹੀ ਹਾਂ। ਬਿਲਕੁਲ, ਪਰ ਇਹਦੇ ਵਿੱਚ ਜਿਹੜਾ ਇੱਕ ਵੱਖਰਾ ਦੇਖਣ ਨੂੰ ਮਿਲਿਆ ਵੀ ਦੇਸ਼ ਦੀ ਸਭ ਤੋਂ ਵੱਡੀ ਇੱਕ ਪਾਰਟੀ, ਜਿਹੜੀ ਪਾਰਟੀ ਇਸ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿੱਚ ਵੀ ਇਨਵੋਲਵ ਹੈ, ਜਿਹੜੀ ਕਹਿੰਦੀ ਆ ਅਸੀਂ ਕਿਸਾਨਾਂ ਦੇ ਹਿਤੈਸ਼ੀ ਆ, ਅਸੀਂ ਵਿਕਾਸ ਕੀਤਾ, ਤਰ੍ਹਾਂ ਦੇ ਜਿਹੜੇ ਜੁਮਲੇ ਪੇਸ਼ ਆਪਾਂ ਨੂੰ ਕੀਤੇ ਆ 6-7 ਸਾਲਾਂ ਦੇ ਵਿੱਚ, ਉਸ ਪਾਰਟੀ ਦੇ ਉਮੀਦਵਾਰਾਂ ਨਾਲ, ਜੇ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਆਪਣਾ ਠੇਠ ਪਿੰਡਾਂ ਵਾਲਾ, ਵੀ ਜੋ ਕੁੱਤੇ ਖਾਣੀ ਹੋਈ ਆ। ਠੀਕ ਹੈ ਨਾ। ਤੁਸੀਂ ਦੇਖਿਆ ਮਦਨ ਸ਼ੌਂਕੀ ਜਿਹੇ ਐਡੇ ਅੱਛੇ ਕਲਾਕਾਰ, ਉਹਨਾਂ ਨੇ ਜਦ ਇਸ ਪਾਰਟੀ ਤੋਂ ਟਿਕਟ ਲੈ ਕੇ ਲੋਕਾਂ 'ਚ ਗਏ
ਤਾਂ ਲੇਡੀਜ਼ ਨੇ ਉਹਨਾਂ ਨੂੰ ਕੁੱਟਿਆ ਹੈ ਨਾ, ਇਸ ਤਰ੍ਹਾਂ ਦੇ ਉਹਨਾਂ ਨੇ ਐਲੀਗੇਸ਼ਨ ਲਾਏ। ਲੋਕਾਂ ਨੇ ਸਵਾਲ ਜਵਾਬ ਕੀਤੇ। ਜਦੋਂ ਇਸ ਪਾਰਟੀ ਨਾਲ ਜੁੜੇ ਹੋਏ ਉਮੀਦਵਾਰ ਲੋਕਾਂ 'ਚ ਜਾਂਦੇ ਸੀ ਨਾ, ਤਾਂ ਲੋਕ ਕਹਿੰਦੇ ਸੀ ਵੀ ਆਂਟੀ ਜੀ ਤੁਹਾਡੇ ਨਾਮ ਦੇ ਨਾਲ ਕੌਰ ਲੱਗਦਾ, ਤੁਹਾਨੂੰ ਸ਼ਰਮ ਨਹੀਂ ਆਉਂਦੀ, ਤੁਸੀਂ ਵੋਟਾਂ ਲੈਣ ਆ ਰਹੇ ਹੋ, ਕਿਹੜੀ ਪਾਰਟੀ ਵੱਲੋਂ ਆਏ ਹੋ, ਤੁਹਾਨੂੰ ਪਤਾ ਨਹੀਂ ਇਸ ਪਾਰਟੀ ਨੇ ਸਾਡੀ ਕੀ ਦੁਰਦਸ਼ਾ ਕਰਤੀ। ਇਸ ਤਰ੍ਹਾਂ ਦੇ ਜਿਹੜੇ ਸਵਾਲ ਜਵਾਬ ਆ, ਇਹ ਜਿਹੜੇ ਸੰਵਾਦ ਕੀਤਾ ਗਿਆ ਸਾਡੇ ਵੋਟਰਾਂ ਵੱਲੋਂ, ਇਹ ਇੱਕ ਬਹੁਤ ਕਾਬਲੇ ਤਾਰੀਫ ਆ, ਸ਼ਲਾਘਾ ਕਰਨੀ ਬਣਦੀ ਹੈ ਇਸ ਦੀ। ਯਾਨੀ ਕਹਿਣ ਤੋਂ ਭਾਵ ਇਹ ਹੈ ਕਿ ਸਾਡੇ ਲੋਕਾਂ ਦਾ ਵੀ ਜਿਹੜਾ ਖਾਸ ਕਰਕੇ ਜਿਹਨੂੰ ਕਹਿੰਦੇ ਸੀ ਇਹਨਾਂ ਨੂੰ ਰਾਜਨੀਤੀ ਨਹੀਂ ਆਉਂਦੀ, ਰਾਜਨੀਤਿਕ ਨਜ਼ਰੀਆ ਵੀ ਬਣਦਾ ਨਜ਼ਰ ਆਉਂਦਾ। ਬਿਲਕੁਲ, ਜਿਵੇਂ ਕਹਿੰਦੇ ਨੇ, ਭਗਤ ਸਿੰਘ ਨੇ ਵੀ ਕਿਹਾ, ਜਿੰਨਾ ਚਿਰ ਸਾਡੇ 'ਚ ਰਾਜਨੀਤਿਕ ਚੇਤਨਾ ਨਹੀਂ ਆਏਗੀ ਸਾਡਾ ਸ਼ੋਸ਼ਣ ਹੁੰਦਾ ਰਹੇਗਾ। ਤੇ ਸ਼ੋਸ਼ਣ ਸਾਡਾ ਅਸੀਂ 70-73 ਸਾਲਾਂ ਤੋਂ ਵੇਖ ਹੀ ਰਹੇ ਹਾਂ, ਸ਼ੋਸ਼ਣ ਹੁੰਦਾ ਆ ਰਿਹਾ, ਠੀਕ ਹੈ ਨਾ। ਪਰ ਹੁਣ ਇਸ ਕਿਸਾਨੀ ਸੰਘਰਸ਼ ਨੇ ਸਾਨੂੰ ਚੇਤਨਾ ਸਾਡੇ ਮਨਾਂ ਦੇ ਵਿੱਚ ਭਰਤੀ ਆ। ਅਸੀਂ ਦਿੱਲੀ ਸੰਘਰਸ਼ ਦੇ ਵਿੱਚ ਕੀ ਵੇਖਦੇ ਆਂਗੇ, ਸੰਘਰਸ਼ ਨਾਲ ਜੁੜੀਆਂ ਹੋਈਆਂ ਬੋਲੀਆਂ ਪਾਈਆਂ ਜਾ ਰਹੀਆਂ, ਸੰਘਰਸ਼ ਨਾਲ ਜੁੜੇ ਹੋਈਆਂ ਕਵਿਤਾਵਾਂ ਬੋਲੀਆਂ ਜਾ ਰਹੀਆਂ, ਮੰਚ 'ਤੇ ਉਹੋ ਜਿਹੇ ਗੀਤ ਗਾਏ ਜਾ ਰਹੇ। ਆਪਾਂ ਪਹਿਲਾਂ ਸਵਾਲ ਦੇ ਵਿੱਚ ਜ਼ਿਕਰ ਕਰਕੇ ਹਟੇ ਹਾਂ, ਠੀਕ ਆ ਨਾ। ਨਾਲ ਜਿਹੜਾ ਹੈਗਾ ਸ਼ਹਿਰੀ ਲੋਕ ਵੀ ਇਸ ਦੇ ਨਾਲ ਜੁੜੇ ਹੋਏ ਆ, ਠੀਕ ਆ। ਸ਼ਹਿਰੀ ਲੋਕਾਂ ਦੇ ਕੁਛ ਰੁਜ਼ਗਾਰ, ਉਹਨਾਂ ਦੇ ਕੰਮ ਇਹੋ ਜਿਹੇ ਨੇ ਵੀ ਉਹ ਰੂਟੀਨ ਦੇ ਵਿੱਚ ਹਾਜ਼ਰੀ ਨਹੀਂ ਲਗਵਾ ਸਕਦੇ, ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਨੇ, ਪਰ ਉਹ ਇਹਨਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਆ। ਭਾਵੇਂ ਛੋਟੀ ਦੁਕਾਨਦਾਰੀ ਆ, ਭਾਵੇਂ ਵੱਡੀ ਦੁਕਾਨਦਾਰੀ ਆ, ਭਾਵੇਂ ਉਹ ਕਹਿ ਸਕਦੇ ਆ ਕਿ ਮਹਾਜਨ ਵਰਗ ਹੈ, ਸੇਠ ਭਾਈਚਾਰਾ, ਠੀਕ ਹੈ ਨਾ, ਉਹ ਇਹਨਾਂ ਦੇ ਨਾਲ ਪੂਰੀ ਸਪੋਰਟ ਦੇ ਵਿੱਚ ਆਏ ਹੋਏ ਆ। ਸਭ ਤੋਂ ਵੱਡੀ ਗੱਲ ਇਹ ਆ ਵੀ ਸਾਡੀ ਜਿਹੜੀ ਸਿਆਸੀ ਫਿਜ਼ਾ ਇਹ ਬਦਲੀ ਆ ਨਾ, ਜਿਹਦਾ ਮੈਂ ਵਿਸ਼ੇਸ਼ ਤੌਰ 'ਤੇ ਜ਼ਿਕਰ ਜਗਤਾਰ ਕਰਨਾ ਚਾਹਾਂ, ਤੁਸੀਂ ਵੀ ਦੇਖੀ ਹੋਣੀ ਆ ਕਿ ਇਸ ਵਾਰ ਲੋਕਾਂ ਦੀ ਪਸੰਦ ਕੀ ਸੀ, ਸਾਨੂੰ ਤਾਂ ਇਹ ਟਰੈਕਟਰ ਚੋਣ ਨਿਸ਼ਾਨ ਦਿੱਤਾ ਜਾਵੇ, ਔਰ ਜ਼ਿਆਦਾਤਰ ਟਰੈਕਟਰ ਦੇ ਚੋਣ ਨਿਸ਼ਾਨ ਵਾਲੇ ਉਮੀਦਵਾਰ ਆਜ਼ਾਦ ਤੌਰ 'ਤੇ ਜਿੱਤੇ ਨੇ। ਔਰ ਅਨੰਦਪੁਰ ਸਾਹਿਬ ਦੇ ਲੋਕ ਵਧਾਈ ਦੇ ਪਾਤਰ ਨੇ, ਸਲੂਟ ਕਰਨਾ ਬਣਦਾ ਕਿ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਹੀ ਨਕਾਰਤਾ। 13 ਸੀਟਾਂ ਦੇ ਉੱਪਰ 13 ਦੇ 13 ਆਜ਼ਾਦ ਜਿੱਤੇ ਨੇ। ਮਤਲਬ ਲੋਕ ਹੁਣ ਜਾਗਰੂਕ ਹੋ ਗਏ ਨੇ, ਲੋਕ ਉਹ ਇੱਕ ਅਧਿਐਨ ਕਰਨ ਲੱਗ ਗਏ ਨੇ, ਵਿਸ਼ਲੇਸ਼ਣ ਕਰਨ ਲੱਗ ਗਏ ਨੇ। ਇਹ ਇੱਕ ਬਹੁਤ ਵੱਡੀ ਯਾਨੀ ਲੋਕਾਂ ਦੀ ਰਾਜਨੀਤਿਕ ਸੂਝ ਹੈ ਜਿਹੜੀ ਉਹ ਪਹਿਲਾਂ ਨਾਲੋਂ ਕਿਤੇ ਨਿਖਾਰ ਹੈ, ਉਹਦੇ 'ਚ ਬਹੁਤ ਜ਼ਿਆਦਾ ਵਧੀਆ ਪ੍ਰਪੱਕ ਹੋਈ ਹੈ। ਬਿਲਕੁਲ, ਬਹੁਤ ਵੱਡਾ ਨਿਖਾਰ ਆਇਆਗਾ। ਇਹੀ ਇਸ ਦੀ ਉਦਾਹਰਨ ਸਾਨੂੰ ਹੁਣੀ ਮਿਲ ਗਈ ਆ, ਠੀਕ ਹੈ ਨਾ। ਤੇ ਆਉਣ ਵਾਲੇ ਜਿਹੜੇ ਹੈਗੇ ਆ, ਆਪਾਂ ਜਿਵੇਂ ਅੱਗੇ ਆਪਣੇ ਪੰਜਾਬ ਦੇ ਵਿਧਾਨ ਸਭਾ ਇਲੈਕਸ਼ਨ 2022 ਨੂੰ ਇਹਦੇ ਨਾਲ ਜੋੜ ਕੇ ਆਪਾਂ ਦੇਖੀਏ ਤੇ 2022 ਦੇ ਕੀ ਸਮੀਕਰਨ ਦੇਖਦੇ ਹੋ? ਕਿਉਂਕਿ ਸੱਤਾਧਰ ਤਾਂ ਇਹ ਸਮਝੀ ਬੈਠੀ ਹੈ ਕਿ ਅਸੀਂ ਤਾਂ ਇੱਥੇ ਹੁਣ ਆਹ ਵੋਟਾਂ 'ਚ ਹੀ ਜਿੱਤ ਗਏ, ਸਾਡਾ ਸੈਮੀਫਾਈਨਲ ਸੀ ਤੇ ਅਸੀਂ 2022 ਸਾਡਾ ਹੀ ਹੈ। 2022 ਕਿਸੇ ਵੀ ਪਾਰਟੀ ਲਈ ਸੌਖਾ ਨਹੀਂ ਜਗਤਾਰ, ਠੀਕ ਆ ਨਾ। ਭਾਵੇਂ ਉਹ ਮੌਜੂਦਾ ਜਿਹੜੀ ਹੈਗੀ ਸੱਤਾ ਧਿਰ ਆ, ਉਹਦੇ ਲਈ ਵੀ ਸੌਖਾ ਨਹੀਂ ਹੈ, ਕਿਉਂਕਿ ਲੋਕ ਹੁਣ ਵਿਸ਼ਲੇਸ਼ਣ ਕਰਨ ਲੱਗ ਗਏ ਤੇ ਔਰ ਸਵਾਲਾਂ ਦੇ ਘੇਰੇ 'ਚ ਲੈਂਦੇ ਨੇ ਹਰ ਇੱਕ ਨੂੰ। ਔਰ ਸਵਾਲਾਂ ਦਾ ਜਦੋਂ ਘੇਰਾ ਪੈਂਦਾ ਨਾ, ਤਾਂ ਪਿਛਲੇ ਦਿਨੀ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ, ਕੇਂਦਰੀ ਜਿਹੜਾ ਖੇਤੀਬਾੜੀ ਮੰਤਰੀ ਆ ਤੋਮਰ ਸਾਹਿਬ, ਉਹਨਾਂ ਨੂੰ ਇੱਕ ਨੌਜਵਾਨ ਨੇ ਘੇਰ ਲਿਆ। ਜਿਹੜੇ ਸਵਾਲ ਉਹਨਾਂ ਨੇ ਪੁੱਛੇ ਆ ਨਾ, ਉਹਦਾ ਇੱਕ ਵੀ ਜਵਾਬ ਨਹੀਂ ਮਿਲਿਆ। ਤੇ ਜਦੋਂ ਕੇਂਦਰ ਦੇ ਏਡੇ ਪਾਵਰਫੁੱਲ ਮੰਤਰੀ ਨੂੰ ਘੇਰ ਕੇ ਨੌਜਵਾਨ ਸਵਾਲ ਪੁੱਛ ਸਕਦੇ ਆ, ਤਾਂ ਸਾਡੇ ਪੰਜਾਬ ਦੇ ਲੀਡਰਾਂ ਨੂੰ ਕਿਉਂ ਨਹੀਂ ਘੇਰਿਆ ਜਾ ਸਕਦਾ, ਠੀਕ ਹੈ ਨਾ। ਔਰ ਇਹਦੇ ਵਿੱਚ ਮੈਂ ਇੱਕ ਹੋਰ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਨਾ ਚਾਹੁੰਦਾ ਵੀ ਅੱਜ ਤੋਂ ਪਿਛਲੇ ਉਸ ਦੇ ਸਮੇਂ ਦੌਰਾਨ ਕਦੇ ਵੀ ਲੋਕ ਸਭਾ 'ਚ, ਰਾਜ ਸਭਾ ਦੇ ਵਿੱਚ ਕਿਸਾਨਾਂ ਦੀ ਗੱਲ ਨਹੀਂ ਹੋਈ ਸੀ। ਕਿਸਾਨ ਯਾਨੀ ਲੋਕਾਂ ਦਾ ਰਾਜਨੀਤਿਕ ਦਬਦਬਾ ਵੀ ਹੈਗਾ ਹੈ। ਬਿਲਕੁਲ, ਕਿਸਾਨਾਂ ਦੀ ਗੱਲ ਨਹੀਂ ਹੋਈ ਸੀ। ਕਿਸਾਨਾਂ ਦੀਆਂ ਗੱਲਾਂ ਸਾਡੀਆਂ ਪਿੰਡਾਂ ਦੀਆਂ ਸਟੇਜਾਂ ਤੱਕ ਸੀਮਤ ਰਹਿ ਗਈਆਂ ਸੀ। ਇੱਥੇ ਸਾਨੂੰ ਕੋਈ ਪਾਰਟੀ ਦਾ ਕੀ ਕਹਿ ਕੇ ਅਨਾਉਂਸ ਕਰ ਗਿਆ, ਉਦੋਂ ਬਾਅਦ ਚੰਡੀਗੜ੍ਹ ਜਾ ਕੇ ਭੁੱਲ ਜਾਂਦੇ। ਇਹਨਾਂ ਕਾਲੇ ਕਾਨੂੰਨਾਂ ਨੇ ਮਜਬੂਰ ਕਰਤਾ ਉਸ ਹਰ ਮੰਤਰੀ ਨੂੰ, ਉਸ ਹਰ MP ਨੂੰ ਕਿ 5-5 7-7 ਮਿੰਟ ਜਿੰਨੇ ਵੀ ਲੋਕ ਸਭਾ 'ਚ, ਰਾਜ ਸਭਾ 'ਚ ਮਿਲੇ ਤਾਂ ਕਿਸਾਨੀ ਤੇ ਹੀ ਗੱਲ ਹੋਈ, ਕਿਸਾਨੀ ਤੇ ਪੜਾਸ ਨਿਕਲੀ, ਠੀਕ ਹੈ ਨਾ। ਇੱਕ ਦੂਸਰੇ ਨੂੰ ਮਿਹਣੇ ਮਾਰੇ ਜੀ। ਜਦ ਕਿ ਮੈਨੂੰ ਲੱਗਦਾ ਕਿ ਜੇ ਉਹ ਪਹਿਲਾਂ ਜਦੋਂ ਬਿੱਲ ਆ ਰਹੇ ਸੀ ਤੇ ਜੋ ਉਸ ਟਾਈਮ ਦੇ ਉੱਤੇ ਉਹ ਜਾਗੇ ਹੁੰਦੇ ਸਾਡੇ ਮੰਤਰੀ, ਤੇ ਸ਼ਾਇਦ ਕਿਸਾਨੀ ਜਿਹੜਾ ਇਹ ਮੂਵਮੈਂਟ ਹੈ ਇਸ ਲੈਵਲ ਤੱਕ ਜਾਣ ਦੀ ਲੋੜ ਨਹੀਂ ਪੈਣੀ ਸੀ ਲੋਕਾਂ ਨੂੰ। ਮਤਲਬ ਇਹ ਹੈ ਜਗਤਾਰ, ਮੈਂ ਇਸੇ ਹੁਣ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਵੀ ਤਾਂ ਲੱਗੀ ਨਾ ਰਾਜਨੀਤਿਕ ਤੌਰ ਤੇ। ਇਸੇ ਪਾਸੇ ਆ ਰਿਹਾ ਸੀ ਜਗਤਾਰ ਕਿ ਹੁਣ ਸਾਰੇ ਕਹਿੰਦੇ ਆ ਉਹ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨ ਨੂੰ ਫਿਰਦੇ ਆ, ਠੀਕ ਹੈ ਨਾ। ਜਦੋਂ ਕਾਨੂੰਨਾਂ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਸੀ ਅਪ੍ਰੈਲ, ਜੂਨ, ਮਈ ਦੇ ਵਿੱਚ, ਉਦੋਂ ਕਾਨੂੰਨਾਂ ਦਾ ਖਰੜਾ ਸਭ ਕੋਲੇ ਗਿਆ ਹੋਣਾ, ਸਾਰੀਆਂ ਪਾਰਟੀਆਂ ਤੋਂ ਵੀ ਅੰਦਰ ਖਾਤੇ ਸਹਿਮਤੀ ਲਈ ਗਈ ਹੋਣੀ ਆ, ਆਪਣੇ ਸਾਰਾ ਬਿੱਲੀ ਥੈਲਿਓਂ ਬਾਹਰ ਆ ਗਈ, ਸਭ ਨੂੰ ਪਤਾ ਲੱਗ ਗਿਆ ਵੀ ਕਿਹੜੇ ਮੀਟਿੰਗ 'ਚ ਗਏ ਸੀ, ਠੀਕ ਹੈ ਨਾ। ਉਦੋਂ ਕਿਉਂ ਨਹੀਂ ਰੌਲਾ ਪਾਇਆ? ਜੇ ਉਦੋਂ ਰੌਲਾ ਪਾਉਂਦੇ ਤਾਂ ਸ਼ਾਇਦ ਅੱਜ ਸਾਡੇ ਬਜ਼ੁਰਗਾਂ ਨੂੰ, ਸਾਡੇ ਕਿਸਾਨਾਂ ਨੂੰ, ਸਾਡੀਆਂ ਮਾਵਾਂ ਨੂੰ ਦਿੱਲੀ ਜਾ ਕੇ ਬੈਠਣਾ ਨਾ ਪੈਂਦਾ, ਹੈ ਨਾ। ਉਦੋਂ ਪਰ ਅੱਜ ਉਹ ਮੰਤਰੀ ਵੀ, ਉਹ ਲੀਡਰ ਵੀ ਭੜਾਸ ਕੱਢ ਕੇ ਜਿਹੜੇ ਕਦੇ ਬਹੁਤ ਉਹਨਾਂ ਦੇ ਸ਼ੁਭ ਚਿੰਤਕ ਹੋਏ, ਜਿਨ੍ਹਾਂ ਨੂੰ ਕਹਿੰਦੇ ਸੀ ਵੀ ਖੇਸ ਹੈ ਜੀ, ਉਹ ਤਾਂ ਜਿਤਾ ਕੇ ਭੇਜਤਾ ਪਾਰਲੀਮੈਂਟ 'ਚ, ਖੇਸ ਦੀ ਤਰ੍ਹਾਂ ਹੀ ਹੈ। ਬਿਲਕੁਲ ਤੈ ਨਹੀਂ ਖੁੱਲਦੀ ਸੀ, ਜਿਨ੍ਹਾਂ ਨਹੀਂ ਖੁੱਲਦੀ ਸੀ, ਪਰ ਅੱਜ ਉਹਨਾਂ ਨੇ ਇਹੋ ਜਿਹੀ ਭੜਾਸ ਕੱਢੀ ਵੀ ਅਸੀਂ ਹਤੈਸ਼ੀ ਹਾਂ, ਜੋ ਅਸੀਂ ਕੀਤਾ, ਹੈ ਨਾ। ਉਹਨਾਂ ਨੇ ਤਾਂ ਹੁਣ ਆਪਦੇ ਉਹ ਜਿਵੇਂ ਕਹਿੰਦੇ ਹੁੰਦੇ ਸੰਭਾਵਨਾਵਾਂ ਲਾਉਣੀਆਂ ਵੀ ਸ਼ੁਰੂ ਕਰਤੀਆਂ ਵੀ ਸਰਕਾਰ ਵੀ ਸਾਡੀ ਬਣੂਗੀ, ਹੈ ਨਾ।
ਤੇ ਇਸ ਕਰਕੇ ਜਿਹੜਾ ਹੈਗਾ ਗਾ ਜਗਤਾਰ ਕਾਫੀ ਜਿਹੜਾ ਹੈਗਾ ਬਦਲਾਵ ਹੋ ਰਿਹਾ। ਇਸ ਗੱਲ ਦਾ ਸਾਨੂੰ ਅਫਸੋਸ ਵੀ ਹੈ ਕਿ ਸਾਡੇ 200 ਦੇ ਕਰੀਬ ਸਾਡੇ ਕਿਸਾਨ ਸ਼ਹੀਦ ਹੋ ਗਏ ਨੇ, ਸ਼ਹਾਦਤਾਂ ਪਾਈਆਂ, ਇਸ ਅੰਦੋਲਨ ਦੀ ਭੇਂਟ ਚੜ੍ਹ ਗਏ ਨੇ। ਇਸ ਗੱਲ ਦਾ ਸਾਨੂੰ ਅਫਸੋਸ ਵੀ ਹੈ, ਦੁੱਖ ਵੀ ਹੈ, ਪਰ ਚੰਗਾ ਬਹੁਤ ਕੁਝ ਹੋ ਰਿਹਾ। ਮੈਂ ਪੋਜ਼ਿਟਿਵ ਨਜ਼ਰੀਏ ਤੋਂ ਵੇਖ ਰਿਹਾ ਇਸ ਨੂੰ। ਬਿਲਕੁਲ, ਸਾਨੂੰ ਪੋਜ਼ਿਟਿਵ, ਤੁਸੀਂ ਪੋਜ਼ਿਟਿਵ ਨਜ਼ਰੀਏ ਤੋਂ ਦੇਖਦੇ ਹੋ, ਬਹੁਤ ਵਧੀਆ ਗੱਲ ਹੈਗੀ ਹੈ। ਬਿਲਕੁਲ ਪੰਜਾਬ ਦਾ ਮਾਹੌਲ ਹੀ ਨਹੀਂ, ਪੂਰੇ ਦੇਸ਼ ਦਾ ਮਾਹੌਲ ਹੈ ਜਿਹੜਾ ਉਹ ਬਦਲਿਆ ਹੈ। ਇਹ ਸਾਰੇ ਜਿਹੜਾ ਰਾਜਨੀਤਿਕ ਸਮੀਕਰਨ ਜਿਹੜੇ ਉਹ ਪਰਿਵਰਤਨ 'ਚ ਬਦਲ ਰਹੇ ਆ। ਇੱਥੇ ਮੈਂ ਇੱਕ ਹੋਰ ਜ਼ਿਕਰ ਕਰਨਾ ਚਾਹੁੰਦਾ, ਪੰਜਾਬ ਦੇ ਵਿੱਚ ਕਦੇ ਸੁਣਿਆ ਸੀ ਮਹਾਪੰਚਾਇਤ ਹੋਊ ਕਿਸਾਨਾਂ ਦੀ? ਨਹੀਂ, ਕਿਸੇ ਨੇ ਤੁੱਕ ਵੀ ਨਹੀਂ ਕੀਤੀ ਸੀ। ਤੁੱਕ ਵੀ ਨਹੀਂ ਕੀਤੀ ਸੀ ਨਾ। 73 ਸਾਲ ਹੋ ਗਏ ਆਪਾਂ ਨੂੰ ਆਜ਼ਾਦ ਹੋਇਆ, ਠੀਕ ਹੈ ਨਾ। ਵੱਡੀਆਂ ਵੱਡੀਆਂ ਆਪਾਂ ਰੈਲੀਆਂ ਵੇਖੀਆਂ ਰਾਜਨੀਤਿਕ ਲੋਕਾਂ ਦੀਆਂ, ਬੱਸਾਂ ਭਰ ਜਗਰਾਉਂ ਦੇ ਵਿੱਚ ਬੀਤੇ ਦਿਨੀ ਜੋ ਮਹਾਪੰਚਾਇਤ ਹੋਈ, ਸਿਰ ਲੋਕ ਆਪ ਮੁਹਾਰੇ ਪਹੁੰਚ ਗਏ, ਆਪ ਮੁਹਾਰੇ ਗਏ। ਕੋਈ ਉਹਨਾਂ ਨੂੰ ਭਾੜਾ ਨਹੀਂ ਦਿੱਤਾ ਗਿਆ, ਕੋਈ ਬੱਸ ਨਹੀਂ ਭੇਜੀ ਗਈ, ਕੋਈ ਆਥਣ ਵੇਲੇ ਆਉਂਦਿਆਂ ਨੂੰ ਬੋਤਲ ਨਹੀਂ ਦਿੱਤੀ ਗਈ, ਕਿਸੇ ਨੂੰ ਭੁੱਕੀ ਦਾ ਲਾਲਚ ਨਹੀਂ ਦਿੱਤਾ ਗਿਆ। ਕੌਣ ਗਏ ਉੱਥੇ? ਖੇਤਾਂ ਦੇ ਪੁੱਤ ਗਏ, ਠੀਕ ਹੈ ਨਾ। ਮਜ਼ਦੂਰ ਵਰਗ ਗਏ ਉੱਥੇ, ਸਾਰਿਆਂ ਨੇ ਹਾਜ਼ਰੀ ਲਗਵਾਈ। ਕਿਹਨਾਂ ਨੇ? ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਬਚਾਉਣੀਆਂ। ਤਾਂ ਜੇ ਪੰਜਾਬ ਦੀ ਧਰਤੀ ਤੇ ਮਹਾਪੰਚਾਇਤਾਂ ਹੋਣ ਲੱਗ ਗਈਆਂ ਜਗਤਾਰ, ਤਾਂ ਇਹਨਾਂ ਮਹਾਪੰਚਾਇਤਾਂ ਨੇ ਸਿਆਸੀ ਪਾਰਟੀਆਂ ਨੂੰ ਵੀ ਧੜਕੂ ਲਾਤੇ। ਬਿਲਕੁਲ, 2022 'ਚ ਜਣੀ ਇਹ ਸਾਰਾ ਕੁਛ ਹੈ ਜਿਹੜਾ ਆਪਾਂ ਬਦਲਿਆ ਨਜ਼ਰ ਆਊਗਾ। ਹਰਜਿੰਦਰ ਜੀ, ਮੇਰੇ ਖਿਆਲ 'ਚ ਤੁਸੀਂ ਮੇਰੇ ਨਾਲ ਇਸ ਗੱਲ ਲਈ ਸਹਿਮਤ ਹੋਵੋਗੇ ਕਿ ਪੰਜਾਬ ਦੇ ਵਿੱਚ ਜਿਹੜੀ ਆਪਾਂ ਗੱਲ ਬਾਰ-ਬਾਰ ਜਿਹਦੇ ਤੇ ਬਾਰ ਕਹਿ ਰਹੇ ਹਾਂ ਕਿ ਪੰਜਾਬ ਦਾ ਉਹ ਸਾਰਾ ਹੀ ਕੁਛ ਬਦਲ ਰਿਹਾ, ਚੇਂਜ ਹੋ ਰਿਹਾ। ਪੰਜਾਬ ਦੀ ਗਾਇਕੀ ਦੇ ਸੰਦਰਭ 'ਚ ਜੇ ਅਸੀਂ ਗੱਲ ਕਰੀਏ, ਪੰਜਾਬ ਦੇ ਜਿਹੜੇ ਗੀਤ ਨੇ, ਇਨਕਲਾਬੀ ਗੀਤ ਜਾਂ ਹੈ, ਕਿਉਂਕਿ ਜਦੋਂ ਅਸੀਂ ਪਿਛਲੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਤੇ ਰੋਣ ਪਿੱਟਣ ਵਾਲੇ ਗੀਤ ਸਾਡੇ ਜਵਾਨੀ ਤੇ ਹਾਵੀ ਸੀ, ਜਾਂ ਉਸ ਤਰ੍ਹਾਂ ਦਾ ਇੱਕ ਉਸਾਰ ਸੀ ਕਿ ਮਤਲਬ ਜਿਹੜੇ ਗੀਤ ਤੇ ਸਾਡੇ ਜਿਹੜੇ ਬਜ਼ੁਰਗ ਸੀ ਇਸ ਗੱਲ ਤੇ ਚਿੰਤਾ ਕਰਦੇ ਸੀ, ਹਥਿਆਰਾਂ ਵਾਲੇ, ਗੈਂਗਸਟਰ ਵਾਲੇ, ਤੇ ਉਹ ਸਾਰਾ ਕੁਛ ਇਸ ਅੰਦੋਲਨ ਨੇ ਬਦਲਣ ਦਾ ਜਿਹੜਾ ਕੰਮ ਹੈ ਕੀਤਾ। ਔਰ ਪੰਜਾਬ ਦੀ ਗਾਇਕੀ ਨੂੰ ਦੇਖ ਲਈਏ, ਪੰਜਾਬ ਦੇ ਸਾਹਿਤਕ ਪੱਖ ਨੂੰ ਦੇਖ ਲਈਏ, ਪੰਜਾਬ ਦੀ ਫਿਜ਼ਾ ਨੂੰ ਦੇਖ ਲਈਏ, ਇਹਨੂੰ ਜਿਹੜਾ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਪੰਜਾਬ ਦਾ ਜਿਹੜਾ ਗਾਇਕਾਂ ਵਾਲਾ ਪੱਖ ਹੈਗਾ ਉਹਨਾਂ ਨੇ ਵੀ ਤਾਂ ਬੂਸਟ ਕੀਤਾ ਨਾ ਕਿਸਾਨੀ ਅੰਦੋਲਨ ਨੂੰ ਕਿਤੇ ਨਾ ਕਿਤੇ। ਜਗਤਾਰ, ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਕਿ ਜਦੋਂ ਇਹ ਫਿਜ਼ਾਵਾਂ ਬਦਲੀਆਂ, ਇਸ ਫਿਜ਼ਾ ਦੇ ਨਾਲ ਸਾਡਾ ਸਾਹਿਤਕ ਔਰ ਗੀਤ ਰਚਨਾ ਦਾ ਵੀ ਖੇਤਰ ਜਿਹੜਾ ਹੈਗਾ ਉਹ ਬਹੁਤ ਇਹਦੇ ਪ੍ਰਭਾਵ ਪਏ ਨੇ ਇਸ ਸੰਘਰਸ਼ ਦੇ। ਅੱਗੇ ਸਾਡੀਆਂ ਕਵਿਤਾਵਾਂ ਪਿਆਰ ਮੁਹੱਬਤ ਤੇ ਜਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਸਨ, ਠੀਕ ਹੈ ਨਾ। ਅੱਜ ਕੱਲ੍ਹ ਮੈਂ ਫੇਸਬੁੱਕ ਤੇ ਵੇਖਦਾ ਜ਼ਿਆਦਾਤਰ ਕਿਸਾਨੀ ਸੰਘਰਸ਼ ਨਾਲ ਜੁੜੀਆਂ ਕਵਿਤਾਵਾਂ ਲਿਖੀਆਂ ਜਾ ਰਹੀਆਂ ਨੇ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਵੀ ਪਹਿਲਾਂ ਕਵਿਤਾ ਮਾੜੀ ਲਿਖੀ ਜਾ ਰਹੀ ਆ, ਪਹਿਲਾਂ ਕਵਿਤਾ ਦਾ ਥੀਮ ਹੋਰ ਹੁੰਦਾ ਸੀ, ਠੀਕ ਹੈ ਨਾ। ਪਰ ਹੁਣ ਜ਼ਿਆਦਾਤਰ ਕਵਿਤਾ ਜਿਹੜੀ ਹੈ ਕਿਸਾਨੀ ਸੰਘਰਸ਼ ਤੇ ਲਿਖੀ ਜਾ ਰਹੀ ਆ। ਮੈਂ ਸੰਘਰਸ਼ ਦੇ ਵਿੱਚ ਉੱਥੇ ਨੋਟ ਕੀਤਾ, ਸਾਡੇ ਨੌਜਵਾਨ ਕਿਸਾਨੀ ਸੰਘਰਸ਼ ਤੇ ਬੋਲੀਆਂ ਲਿਖਦੇ ਨੇ। ਜਾਗੋ ਕੱਢੀ ਜਾਂਦੀ ਆ, ਉਹਦੇ ਵਿੱਚ ਜਾਗੋ ਦੇ ਵਿੱਚ ਬੋਲੀਆਂ ਕਿਸਾਨੀ ਸੰਘਰਸ਼ ਵਾਲੀਆਂ ਪਾਈਆਂ ਜਾਂਦੀਆਂ ਨੇ। ਇੱਕ ਸਾਡੇ ਨੌਜਵਾਨ ਨੇ ਗੀਤ ਤਿਆਰ ਕੀਤਾ ਸੀ, ਮਲਕੀਤ ਸਿੰਘ ਦਾ ਗੀਤ ਆ, ਤੂਤਕ ਤੂਤਕ ਤੂਤੀਆਂ, ਉਹਦੀ ਤਰਜ਼ ਤੇ ਕਿਸਾਨੀ ਸੰਘਰਸ਼ ਨਾਲ ਜੁੜਿਆ ਗੀਤ ਤਿਆਰ ਕੀਤਾ, ਬਹੁਤ ਫੇਮਸ ਹੋਇਆ ਮੁੰਡੇ ਦਾ ਸੋਸ਼ਲ ਮੀਡੀਆ ਤੋਂ। ਇੱਥੇ ਤੁਸੀਂ ਜਿਹੜੀ ਗਾਇਕੀ ਦੀ ਗੱਲ ਕੀਤੀ, ਪਿਛਲਾ ਜਿਹੜਾ ਮਿਆਰ ਸੀ ਸਾਡੀ ਗਾਇਕੀ ਦਾ, ਉਹ ਜ਼ਿਆਦਾਤਰ ਬਹੁ ਗਿਣਤੀ ਕਲਾਕਾਰਾਂ ਦਾ ਮਿਆਰ ਹਥਿਆਰਾਂ ਤੇ, ਨਸ਼ਿਆਂ ਤੇ, ਜਾਂ ਜਿਹਦੇ ਵਿੱਚ ਇੱਕ ਔਰਤ ਨੂੰ ਵਿਸ਼ਾ ਵਸਤੂ ਬਣਾ ਕੇ ਪੇਸ਼ ਕੀਤਾ ਜਾਂਦਾ ਸੀ, ਠੀਕ ਹੈ ਨਾ, ਉੱਥੇ ਜੇ ਰੁਕ ਗਿਆ ਸੀ। ਮੇਰੇ ਖਿਆਲ 'ਚ ਤੁਸੀਂ ਮੇਰੇ ਨਾਲ ਇਸ ਗੱਲ ਤੇ ਸਹਿਮਤ ਹੋਵੋਗੇ ਕਿ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਉਹ ਇਹ ਕਿ ਜਿਹੋ ਜਿਹਾ ਮਾਹੌਲ ਹੁੰਦਾ, ਜਿਹੋ ਜਿਹਾ ਤੁਸੀਂ ਵਾਤਾਵਰਨ ਉਸਾਰ ਦਿਓਗੇ, ਗਾਇਕੀ ਵੀ ਉਸ ਤਰ੍ਹਾਂ ਦੀ ਹੋ ਜਾਂਦੀ ਹੈ ਔਰ ਲੋਕਾਂ ਦਾ ਜਿਹੜਾ ਸੁਣਨ ਦਾ ਮਿਆਰ ਹੈ ਉਹ ਵੀ ਉਸ ਤਰ੍ਹਾਂ ਦਾ ਹੋ ਜਾਂਦਾ ਹੈ। ਇਹਦੇ ਨਾਲ ਸਹਿਮਤ ਹੋਵੋਗੇ? ਬਿਲਕੁਲ, ਮੈਂ ਉਸੇ ਪਾਸੇ ਆ ਰਿਹਾ। ਮੈਂ ਸਾਰੇ ਸਾਹਿਤਕ ਖੇਤਰ ਨੂੰ ਤੇ ਨਾਲ ਵਿੱਚ ਗਾਇਕੀ ਖੇਤਰ ਨੂੰ ਲੈ ਕੇ ਮੈਂ ਗੱਲਬਾਤ ਕਰ ਰਿਹਾ ਵੀ ਜਿਹੜਾ ਕਹਿੰਦੇ ਨੇ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ, ਠੀਕ ਹੈ ਨਾ। ਸਾਹਿਤ ਦੇ ਵਿੱਚ ਗੀਤ ਵੀ ਆ ਜਾਂਦੇ ਨੇ, ਸਾਹਿਤ 'ਚ ਨਾਟਕ ਵੀ ਆ ਜਾਂਦਾ, ਕਵਿਤਾ ਵੀ ਆ ਜਾਂਦੀ ਆ, ਹੈ ਨਾ। ਤਾਂ ਮੈਂ ਇਹੀ ਗੱਲ ਨੋਟ ਕੀਤੀ, ਪੰਜਾਬ ਦਾ ਉਹ ਹਰ ਕਲਾਕਾਰ ਮਜਬੂਰ ਹੋ ਗਿਆ ਕਿਸਾਨੀ ਤੇ ਗੀਤ ਕੱਢਣ ਲਈ। ਅੱਜ ਸਭ ਤੋਂ ਵੱਧ ਮਿਲੀਅਨਾਂ ਦੇ ਵਿੱਚ ਵਿਊ ਕਿਹੜੇ ਗੀਤਾਂ ਨੂੰ ਮਿਲ ਰਹੇ ਆ? ਮੈਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹੁੰਦਾ, ਜਦੋਂ ਗੀਤ ਆਇਆ ਸੀ ਪੇਚਾ ਪੈ ਗਿਆ ਸੈਂਟਰ ਨਾਲ, ਫਸਲਾਂ ਦੇ ਫੈਸਲੇ ਐਲਾਨ ਕਿਸਾਨ ਕਰੂਗਾ, ਠੀਕ ਹੈ ਨਾ। ਕਮਰ ਗਰੇਵਾਲ, ਮੈਂ ਵਿਸ਼ੇਸ਼ ਤੌਰ ਤੇ ਨਾਮ ਲੈਣਾ ਚਾਹੁੰਦਾ, ਕਮਰ ਗਰੇਵਾਲ ਦਾ ਇੱਕ ਵੱਡਾ ਯੋਗਦਾਨ ਆ ਗਾਇਕੀ ਦੇ ਵਿੱਚ ਨੌਜਵਾਨਾਂ ਨੂੰ, ਲੋਕਾਂ ਨੂੰ ਜਾਗਰੂਕ ਕਰਨ ਵਾਸਤੇ। ਜਿਹੜੇ ਪਹਿਲਾਂ ਕਹਿੰਦੇ ਹੁੰਦੇ ਸੀਗੇ ਪਿੰਡ ਬਣਿਆ ਗੈਂਗਲੈਂਡ ਬਣਿਆ, ਹੁਣ ਉਹਨਾਂ ਟਰੈਕਟਰਾਂ ਦੇ ਗੀਤ ਕਿਹੜੇ ਗੂੰਜਦੇ ਨੇ, ਲੈ ਕੇ ਮੁੜਾਂਗੇ ਪੰਜਾਬ ਅਸੀਂ ਹੱਕ ਦੇ ਲਈ। ਪਰ ਹਰਜਿੰਦਰ ਜੀ, ਜਿਹੜੀ ਗੱਲ ਇੱਕ ਇਹ ਵੀ ਹੈ ਨਾ, ਉਹ ਜਿਹੜਾ ਐਲਾਨ ਵਰਗੇ ਗੀਤ ਨੇ, 4-5 ਗੀਤ ਜਿਹੜੇ ਮੁੱਢਲੇ ਆਏ ਸੀ, ਵੱਢਾਂਗੇ, ਉਹ ਸਾਰਾ ਕੁਛ ਉਹ ਹਕੂਮਤ ਨੇ, ਦੇਸ਼ ਦੀ ਨੇ, ਉਹਨਾਂ ਨੂੰ ਹਟਾ ਵੀ ਤਾਂ ਦਿੱਤਾ ਗਿਆ ਨਾ, YouTube ਨੇ ਉਹਨਾਂ ਨੂੰ ਆਪਣੇ ਤੋਂ ਹਟਾ ਦਿੱਤਾ। ਉਹਨੂੰ ਕਿਵੇਂ ਦੇਖਦੇ? ਉਹ ਕੁਦਰਤੀ ਹੈ, ਸ਼ਬਦਾਂ ਦਾ ਜਿਹੜਾ ਫੱਟ ਹੁੰਦਾ ਨਾ ਉਹ ਗੰਡਾਸੇ ਦੇ ਫੱਟ ਤੋਂ ਭੈੜਾ ਹੁੰਦਾ। ਮੈਂ ਗੱਲ ਕਰਨੀ ਚਾਹੁੰਦਾ ਫੈਜ਼ ਅਹਿਮਦ ਦੀ ਇੱਕ ਕਵਿਤਾ ਗਈ, ਹਮ ਦੇਖेंगे, हम भी देखेंगे, लाजम है हम देखेंगे।
ਜਦੋਂ ਪਿੱਛੇ ਜੇ ਜਾਮੀਆ ਯੂਨੀਵਰਸਿਟੀ ਦੇ ਵਿੱਚ, ਦਿੱਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਹੋਏ ਸੀ ਨੌਜਵਾਨਾਂ ਨੇ, ਉਦੋਂ ਜਿਹੜਾ ਹੈਗਾ ਇਹ ਕਵਿਤਾ ਉੱਥੇ ਬਹੁਤ ਜ਼ਿਆਦਾ ਬੋਲੀ ਜਾਂਦੀ ਸੀ। ਜਿਨ੍ਹਾਂ ਨੇ ਬੋਲੀ ਸੀ ਉਹਨਾਂ ਦੇ ਉੱਪਰ ਪਰਚੇ ਪਾਏ ਗਏ ਦੇਸ਼ ਧਰੋਹੀ ਦੇ। ਤਾਂ ਸ਼ਬਦਾਂ ਦੇ ਵਿੱਚ ਬਹੁਤ ਤਾਕਤ ਆ। ਸਾਡੀ ਤਾਂ ਧਰਤੀ ਉਹ ਆ ਜਿੱਥੇ ਸਾਨੂੰ ਇੰਨਾ ਮਹਾਨ ਸ਼ਬਦ ਗੁਰੂ ਮਿਲਿਆ ਹੋਇਆ ਹੈ ਨਾ। ਤਾਂ ਮੈਂ ਸਿਰਫ ਗੀਤਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਉੱਥੇ ਵੇਖਿਆ ਟਿਕਰੀ ਬਾਰਡਰ 'ਤੇ ਡਾਕਟਰ ਸਾਹਿਬ ਸਿੰਘ ਦਾ ਜ਼ਿਕਰ ਕਰਨਾ ਚਾਹੁੰਦਾ, ਜਿਨ੍ਹਾਂ ਨੇ ਛੰਮਾਂ ਵਾਲੀ ਡਾਂਗ ਨਾਟਕ ਉੱਥੇ ਖੇਡਿਆ। ਅਜਮੇਰ ਸਿੰਘ ਔਲਖ ਨਾਟਕਕਾਰ ਮਹਾਨ ਸਾਡੇ ਪੰਜਾਬੀ ਸਾਹਿਤ ਦੇ, ਉਹਨਾਂ ਦੀ ਟੀਮ ਨੇ ਐਂ ਕਿਵੇਂ ਖੋਲੂ ਕੋਈ ਸਾਡੀਆਂ ਜ਼ਮੀਨਾਂ ਇਹ ਨਾਟਕ ਖੇਡਿਆ ਹੈ ਨਾ। ਹੋਰ ਵੀ ਬਹੁਤ ਸਾਰੇ ਨਾਟਕ ਇਸ ਤਰ੍ਹਾਂ ਦੇ ਖੇਡੇ ਗਏ। ਕਿਉਂ? ਇਹ ਲੋੜ ਬਣ ਗਈ। ਕਿੱਥੋਂ ਨਿਕਲੇ? ਸਾਡੇ ਹਾਲਾਤਾਂ 'ਚੋਂ। ਹਾਲਾਤ ਕਿਹੜੇ ਬਣ ਗਏ? ਵੀ ਲੋਕਾਂ ਦੇ ਵਿੱਚ ਜਾਗਰੂਕਤਾ ਲਿਆਉਣੀ ਆ, ਲੋਕਾਂ ਨੂੰ ਚੇਤਨ ਕਰਨਾ। ਜਿਹੜੇ ਕੋਈ ਸਾਡੇ ਕਿਸਾਨ ਭਰਾ ਕਿਸੇ ਮਜਬੂਰੀ ਬਸ ਜਾਂ ਅਗਿਆਨਤਾ ਕਾਰਨ ਹਲੇ ਵੀ ਘਰਾਂ 'ਚ ਬੈਠੇ ਆ, ਉਹਨਾਂ ਨੂੰ ਜਾਗਰੂਕ ਕਰਨਾ ਵੀ ਜਾਓ ਦਿੱਲੀ ਜਾਓ। ਜਦੋਂ ਅਸੀਂ ਦੇਖਦੇ ਹਾਂ ਹਰਜਿੰਦਰ ਜੀ, ਮਤਲਬ ਦੇਸ਼ ਦੀ ਜਵਾਨੀ ਤੇ ਜਿਹੜੇ ਧੜਾ ਜਿਹੜੇ ਪਰਚੇ ਕੀਤੇ ਜਾ ਰਹੇ ਆ, ਖਾਸ ਕਰਕੇ ਸੰਗੀਨ ਧਾਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨ ਦਾ ਜਿਹੜਾ ਕੰਮ ਕੀਤਾ ਜਾ ਰਿਹਾ। ਜਿਹੜੇ ਨੌਜਵਾਨ ਸਾਡੇ ਜ਼ਮਾਨਤ 'ਤੇ ਵੀ ਆਏ ਨੇ ਪਿਛਲੇ ਦਿਨਾਂ ਦੇ ਵਿੱਚ, ਜਾਂ ਬਜ਼ੁਰਗ ਇੱਕ ਫੌਜ ਦੇ ਵਿੱਚੋਂ ਰਿਟਾਇਰ ਸੀ, ਉਹ ਬਾਹਰ ਆਏ ਨੇ। ਜਿਹੜਾ ਕੁਛ ਉਹਨਾਂ ਨੇ ਦੱਸਿਆ ਵੀ ਕਿਸ ਤੈ ਲੈਵਲ 'ਤੇ ਉਹਨਾਂ ਨੂੰ ਜਿਹੜਾ ਟਾਰਚਰ ਕੀਤਾ ਗਿਆ, ਇਹ ਮਤਲਬ ਜਿਹੜਾ ਸਾਡੇ ਲਈ ਬਹੁਤਾ ਉਹ ਨਹੀਂ ਹੈ। ਖਾਸ ਕਰਕੇ ਜਿਹੜੀਆਂ ਕਿਸਾਨੀ ਜਥੇਬੰਦੀਆਂ ਹੈਗੀਆਂ, ਉਹ ਤਾਂ ਆਪਣੇ ਤੌਰ 'ਤੇ ਜ਼ੋਰ ਲਾ ਹੀ ਰਹੀਆਂ, ਚਲੋ ਵਕੀਲਾਂ ਦੇ ਜ਼ਰੀਏ ਸਾਰੀਆਂ ਧਿਰਾਂ ਇਸ ਗੱਲ 'ਚ ਲੱਗੀਆਂ ਹੋਈਆਂ। ਪਰ ਇੱਕ ਵੱਖਰੀ ਤਰ੍ਹਾਂ ਦੀ ਲਾਮਬੰਦੀ ਵੀ ਜਿਹੜੀ ਆ ਪੰਜਾਬ 'ਚ ਇਹਨਾਂ ਨੌਜਵਾਨਾਂ ਦੇ, ਲੱਖਾ ਸਿਧਾਣਾ ਹੋਏ, ਦੀਪ ਸਿੱਧੂ ਹੋਏ, ਜਾਂ ਹੋਰ ਜਿਹੜੇ ਨੌਜਵਾਨਾਂ 'ਤੇ ਪਰਚੇ ਹੋਏ ਆ, ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਲਾਮਬੰਦੀ ਆ ਹੋ ਰਹੀ ਹੈ। ਕਿਵੇਂ ਦੇਖਦੇ ਹੋ? ਜਿਵੇਂ ਜਿਵੇਂ ਵੀ ਦੇਸ਼ ਦੇ ਵਿੱਚ ਇੱਕ ਮਾਹੌਲ ਬਣ ਜਾਂਦਾ ਹੁੰਦਾ ਕਿਸੇ ਹਕੂਮਤ ਦੇ ਖਿਲਾਫ, ਤਾਂ ਉੱਥੇ ਜਿਹੜੇ ਨੌਜਵਾਨ ਅੱਗੇ ਹੁੰਦੇ ਨੇ ਤਾਂ ਉਹ ਹਮੇਸ਼ਾ ਹੀ ਹਕੂਮਤਾਂ ਨੂੰ ਰੜਕਦੇ ਹੁੰਦੇ ਨੇ। ਆਪਾਂ ਪਿੱਛੇ ਪੰਜਾਬ ਸਾਡਾ ਕਾਲੇ ਦੌਰ 'ਚੋਂ ਲੰਘਿਆ, ਜਾਂ ਉਸ ਤੋਂ ਪਿਛਲੀਆਂ ਗੱਲਾਂ ਕਰੀਏ, ਚਲੋ ਲੰਬੀ ਚਲੀ ਜਾਏਗੀ ਗੱਲ, ਹੈ ਨਾ। ਜੇ ਕਿਸਾਨੀ ਸੰਘਰਸ਼ ਨੂੰ ਦੇਖੀਏ, ਕਿਸਾਨੀ ਸੰਘਰਸ਼ ਦੇ ਵਿੱਚ ਪਹਿਲਾਂ ਜਦੋਂ ਕੋਈ ਸੰਘਰਸ਼ ਹੁੰਦੇ ਸੀ ਸਾਡੇ ਪੰਜਾਬ ਦੇ, ਉਹ ਪੰਜਾਬ 'ਚ ਹੁੰਦੇ ਸੀ, ਭਾਵੇਂ ਕੇਂਦਰ ਦੇ ਖਿਲਾਫ ਹੁੰਦੇ ਸੀ। ਉੱਥੇ ਜ਼ਿਆਦਾਤਰ ਸਾਡੀ ਗਿਣਤੀ ਸਾਡੇ ਬਜ਼ੁਰਗਾਂ ਦੀ, ਕਿਸਾਨਾਂ ਦੀ ਹੁੰਦੀ ਸੀ। ਪਹਿਲੀ ਵਾਰ ਇੰਨੇ ਵੱਡੇ ਪੱਧਰ 'ਤੇ ਨੌਜਵਾਨਾਂ ਦੀ ਲਾਮਬੰਦੀ ਹੋਈ ਆ ਕਿ ਨੌਜਵਾਨ ਦਿੱਲੀ ਦੀ ਹਿੱਕ 'ਤੇ ਜਾ ਕੇ ਬਹਿ ਗਏ। ਸਾਰੇ ਹੈਰਾਨ ਹੋਏ ਵੀ ਨੌਜਵਾਨ ਇੰਨੀ ਵੱਡੀ ਗਿਣਤੀ ਦੇ ਵਿੱਚ, ਜਿਹਦੇ ਵਿੱਚੋਂ ਬਹੁਤ ਸਾਰੇ ਨੌਜਵਾਨ ਆਗੂ ਬਣ ਕੇ ਉੱਭਰੇ ਨੇ। ਲੱਖਾ ਸਿਧਾਣਾ ਦਾ ਤੁਸੀਂ ਜ਼ਿਕਰ ਕੀਤਾ, ਦੀਪ ਸਿੱਧੂ ਦਾ ਜ਼ਿਕਰ ਕੀਤਾ, ਹੋਰ ਵੀ ਸਾਡੀਆਂ ਪੰਜਾਬ ਦੀਆਂ ਕੁਝ ਲੜਕੀਆਂ ਵੀ ਉੱਭਰ ਕੇ ਸਾਹਮਣੇ ਆਈਆਂ। ਔਰ ਜਿਉਂ-ਜਿਉਂ ਇਹ ਸੰਘਰਸ਼ ਦੇ ਵਿੱਚ ਅੱਗੇ ਵੱਧਦੇ ਗਏ, ਅਗਵਾਈ ਕਰਦੇ ਗਏ ਨੌਜਵਾਨਾਂ ਦੀ, ਤਾਂ ਇਹਨਾਂ ਨੂੰ ਬੜੀਆਂ ਹੀ ਭੈੜੀਆਂ ਸੰਗੀਨ ਜੂਏ ਪੀਏ ਵਰਗੀਆਂ ਧਾਰਾਵਾਂ ਲਾ ਕੇ ਹੁਣ ਇਹਨਾਂ ਨੂੰ ਜਿਹੜਾ ਹੈਗਾ ਗਾ ਜੇਲ੍ਹਾਂ 'ਚ ਸੁੱਟਣ ਦੀ ਜਿਹੜੀ ਹੈਗੀ ਆ ਤਿਆਰੀ ਕਰ ਰਹੀ ਹੈ ਸਰਕਾਰ। ਦੀਪ ਸਿੱਧੂ ਨੂੰ ਅਰੈਸਟ ਕਰ ਲਿਆ, ਲੱਖੇ ਸਿਧਾਣੇ ਦੇ ਉੱਪਰ ਇਨਾਮ ਰੱਖਿਆ ਹੋਇਆ ਹੈਗਾ। ਹੋਰ ਵੀ ਇੱਕ ਲੜਕੀ ਆਪਣੇ ਮੁਕਤਸਰ ਜ਼ਿਲ੍ਹੇ ਗੰਦੜ ਪਿੰਡ ਦੀ ਨੌਦੀਪ ਕੌਰ, ਮਜ਼ਦੂਰ ਜਥੇਬੰਦੀ ਦੀ ਆਗੂ ਆ। ਰਵੀ ਦਿਸ਼ਾ ਲੜਕੀ ਹੈ ਜਿਹਨੇ ਟੂਲ ਕਿੱਟ ਤਿਆਰ ਕੀਤੀ ਸੀ ਨੌਜਵਾਨ ਇਸ ਦੇ ਉੱਪਰ, ਕਿਸਾਨੀ ਦੇ ਉੱਪਰ। ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਵਾਨ ਹੈਗੇ ਜਿਨ੍ਹਾਂ ਦਾ ਆਪਾਂ ਜ਼ਿਕਰ ਕਰ ਸਕਦੇ ਹਾਂ। ਕਿਉਂ ਕਰ ਰਹੀ ਹੈ ਸਰਕਾਰ? ਕਿਉਂਕਿ ਇਹਨਾਂ ਨੌਜਵਾਨਾਂ ਨੇ ਅਗਵਾਈ ਦੇ ਕੇ ਸਾਡੇ ਬਜ਼ੁਰਗਾਂ ਦੇ ਬਰਾਬਰ ਦਾ ਹੀ ਇੱਕ ਓਡਾ ਹੀ ਜਿਹੜਾ ਹੈਗਾ, ਓਡੀ ਕੁਆਂਟਿਟੀ ਦੇ ਵਿੱਚ ਜਿਹੜੀ ਹੈਗੀ ਇੱਕ ਲਹਿਰ ਖੜੀ ਕਰਤੀ ਆ। ਅੱਜ ਜਿਹੜਾ ਹੈਗਾ ਇਹਨਾਂ ਨੌਜਵਾਨਾਂ ਨੂੰ ਛਡਾਉਣ ਦੇ ਲਈ ਸਰਕਾਰ ਦੇ ਖਿਲਾਫ ਇੱਕ ਸੋਸ਼ਲ ਮੀਡੀਆ 'ਤੇ ਵੀ ਲਹਿਰ ਚੱਲੀ ਹੋਈ ਆ। ਇਹਨਾਂ ਦੇ ਖਿਲਾਫ ਜੋ ਧਾਰਾਵਾਂ ਲਾਈਆਂ ਨੇ ਉਹਦੇ ਵਿਰੋਧ ਦੇ ਵਿੱਚ ਇਹਨਾਂ ਨੂੰ, ਸਾਡੇ ਨੌਜਵਾਨਾਂ ਨੂੰ ਬਾਇਜ਼ਤ ਬਰੀ ਕਰਵਾਉਣ ਲਈ ਸਾਡੇ ਵੱਖ-ਵੱਖ ਪੰਜਾਬ ਦੇ ਪਿੰਡਾਂ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ। 23 ਤਰੀਕ ਨੂੰ ਮਹਿਰਾਜ ਪਿੰਡ, ਜੋ ਕਿ ਲੱਖੇ ਸਿਧਾਣੇ ਦੇ ਪਿੰਡਾਂ ਦੇ ਨਾਲ ਲੱਗਦਾ, ਉੱਥੇ ਇੱਕ ਵੱਡਾ ਮਾਰਚ ਹੋ ਰਿਹਾ, ਵੱਡੀ ਇੱਕ ਕਾਨਫਰੰਸ ਹੋ ਰਹੀ ਹੈਗੀ। ਜਗਰਾਉਂ ਉੱਧਰ ਲੋਹੀਆਂ ਖਾਸ ਦੁਆਬੇ ਦਾ ਇੱਕ ਪਿੰਡ ਹੈ, ਉੱਥੇ ਹੋ ਰਹੀ ਹੈਗੀ। ਹੋਰ ਵੀ ਪਿੰਡਾਂ ਦੇ ਵਿੱਚ ਲਾਮਬੰਦੀ ਹੋ ਰਹੀ ਆ। ਕਿਉਂ ਹੋ ਰਹੀ ਆ? ਕਿਉਂਕਿ ਇਹ ਨੌਜਵਾਨ ਸਾਡੇ ਵੱਡੇ ਪੱਧਰ ਦੇ ਉੱਪਰ ਉੱਭਰ ਕੇ ਸਾਹਮਣੇ ਆਏ ਆ, ਜਿਨ੍ਹਾਂ ਦੇ ਵਿੱਚੋਂ ਸਾਡੀ ਨੌਜਵਾਨੀ ਨੂੰ, ਸਾਡੇ ਆਉਣ ਵਾਲੇ ਭਵਿੱਖ ਨੂੰ ਇੱਕ ਚੰਗੇ ਜਿਹੜੇ ਹੈਗੇ ਪੰਜਾਬ ਦੇ ਆਗੂ ਨਜ਼ਰ ਆ ਰਹੇ ਆ। ਔਰ ਇੱਕ ਚੰਗਾ ਸ਼ਗਨ ਵੀ ਹੈ, ਕਰਨੀ ਵੀ ਬਣਦੀ ਆ, ਕਿਉਂਕਿ ਸਰਕਾਰਾਂ ਨੂੰ ਹਮੇਸ਼ਾ ਇਹ ਹੁੰਦਾ ਵੀ ਜਿਹੜਾ ਕੋਈ ਵੀ ਸਾਡੇ ਖਿਲਾਫ ਆਵਾਜ਼ ਚੁੱਕਦਾ ਹੈ ਉਹਨੂੰ ਆਪਾਂ ਜੇਲ੍ਹ 'ਚ ਸੁੱਟ ਦੇਈਏ। ਪਿੱਛੇ ਵੀ ਆਪਾਂ ਦੇਖਿਆ ਕਨਈਆ ਕੁਮਾਰ ਵਰਗੇ ਮੁੰਡੇ ਯੂਨੀਵਰਸਿਟੀਆਂ ਦੇ ਵਿੱਚੋਂ ਪੜ੍ਹ ਕੇ ਇੰਨੇ ਟੁਕੜੇ ਗੈਂਗ ਕਹਿ ਕੇ ਸੰਬੋਧਿਤ, ਟੁਕੜੇ ਗੈਂਗ ਉਹਨਾਂ ਨੂੰ ਕਿਹਾ ਗਿਆ। ਜੋ ਜਾਮੀਆ ਯੂਨੀਵਰਸਿਟੀ ਦੇ ਵਿੱਚ, ਦਿੱਲੀ ਯੂਨੀਵਰਸਿਟੀ ਦੇ ਵਿੱਚ ਜੋ ਹੋਇਆ ਉਹ ਕਿਸ ਤੋਂ ਭੁੱਲਿਆ ਨਹੀਂ ਹੈ। ਇੱਥੇ ਮੈਂ ਪੰਜਾਬ ਦੀਆਂ ਕੁਝ ਲੜਕੀਆਂ ਦਾ ਜ਼ਿਕਰ ਕਰਨ, ਨਵਕਿਰਨ ਨੱਤ ਹੈ, ਬੜੀ ਕ੍ਰਾਂਤੀਕਾਰੀ ਲੜਕੀ ਆ, ਉਹਨੇ ਵੀ ਕਈ ਪ੍ਰੋਟੈਸਟਾਂ ਦੇ ਵਿੱਚ ਦਿੱਲੀ ਪੁਲਿਸ ਦੀ ਜਿਹੜੀਆਂ ਹਿੰਸਕ ਕਾਰਵਾਈਆਂ ਉਹਨਾਂ ਦਾ ਸਾਹਮਣਾ ਕੀਤਾ ਹੈ, ਉਹਨਾਂ 'ਤੇ ਵੀ ਕਈ ਪਰਚੇ ਪਾਏ। ਸੋ ਇਹ ਜਿਹੜੇ ਨੌਜਵਾਨ ਨੇ ਜਦੋਂ ਇਹ ਉੱਭਰ ਕੇ ਸਾਹਮਣੇ ਆਉਂਦੇ ਆ ਤਾਂ
ਸਰਕਾਰਾਂ ਨੂੰ ਰੜਕਦੇ ਨੇ। ਇਹਨਾਂ ਨੂੰ ਇਹ ਹੁੰਦਾ ਵੀ ਅੱਜ ਆਪਾਂ ਇਹਨਾਂ ਨੂੰ ਇੱਥੇ ਹੀ ਮਸਲ ਦਗੇ ਤਾਂ ਇਹ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੱਡੀ ਸਾਡੇ ਲਈ ਸਮੱਸਿਆ ਨਾ ਖੜੀ ਕਰ ਦੇਣ। ਯਾਨੀ ਕਹਿਣ ਤੋਂ ਭਾਵ ਕਿ ਦੇਸ਼ ਦੀਆਂ ਏਜੰਸੀਆਂ ਦਾ ਤੇ ਹਕੂਮਤ ਦਾ ਜਿਹੜਾ ਇਸ ਗੱਲ ਤੇ ਜ਼ੋਰ ਲੱਗਿਆ ਹੋਇਆ ਕਿ ਜਵਾਨੀ ਦਾ ਲੱਕ ਤੋੜੀਏ ਤੇ ਤਾਂ ਸ਼ਾਇਦ ਅੰਦੋਲਨ ਨੂੰ ਤੋੜਿਆ ਜਾ ਸਕਦਾ। ਬਿਲਕੁਲ ਜਗਤਾਰ, ਤੁਸੀਂ ਦੇਖੋ ਜਿੱਥੇ ਇਸ 26 ਜਨਵਰੀ ਨੂੰ ਜੋ ਘਟਨਾ ਹੋਈ, 26 ਜਨਵਰੀ ਦੀ ਘਟਨਾ ਦੇ ਵਿੱਚ ਜਿੱਥੇ ਕਈ ਬਜ਼ੁਰਗ ਫੜੇ ਗਏ ਆ, ਬਜ਼ੁਰਗਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ, ਉੱਥੇ ਬਹੁਤ ਗਿਣਤੀ ਨੌਜਵਾਨਾਂ ਦੀ ਆ। ਆਪਣੇ ਮਾਲਵੇ ਦੇ ਨੌਜਵਾਨ, ਬੰਗੀ ਨਿਹਾਲ ਸਿੰਘ ਵਾਲੇ ਦੇ 7 ਨੌਜਵਾਨ ਨੇ, ਜਟਾਣਾ ਪਿੰਡ ਹੈ ਸਰਦੂਲਗੜ੍ਹ ਦੇ ਨਾਲ ਲੱਗਦਾ, ਉਸ ਦੇ 3 ਲੜਕੇ ਉਸ ਦੇ ਸੀਗੇ, ਹੁਣ ਜ਼ਮਾਨਤ ਤੇ ਆ ਗਏ ਨੇ। ਮੋਗਾ ਜ਼ਿਲ੍ਹੇ ਦੇ ਕਾਫੀ ਭਾਰੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ, ਔਰ ਇੰਨੀਆਂ ਸਖਤ ਧਾਰਾਵਾਂ ਲਾਈਆਂ ਗਈਆਂ ਨੇ ਵੀ ਮਹਾਰਾਜ ਚਲੋ ਜਲਦੀ ਪੁਲਿਸ ਵੱਲੋਂ ਮਤਲਬ ਬਹੁਤ ਜ਼ਿਆਦਾ ਟੌਰਚਰ ਕੀਤਾ ਜਾਂਦਾ। ਔਰ ਚੜੂਨੀ ਸਾਹਿਬ ਦਾ ਵੀ ਇੱਕ ਬਿਆਨ ਆਇਆ ਹੁਣੇ ਸਾਹਮਣੇ ਕਿ ਇਹਨਾਂ ਨੂੰ ਘੇਰ ਲਓ, ਖਾਸ ਕਰਕੇ ਉਸ ਉੱਚ ਅਫਸਰਾਂ ਦੇ ਆਉਣ ਤੱਕ ਇਹਨਾਂ ਨੂੰ ਛੱਡਿਆ ਨਾ ਜਾਵੇ, ਜਿਹੜੀ ਪੁਲਿਸ ਤੁਹਾਡੇ ਨੌਜਵਾਨਾਂ ਨੂੰ, ਕਿਉਂਕਿ ਪਿੱਛੋਂ ਸ਼ਨਾਖਤ ਕਰਕੇ ਜਿਹੜੇ ਪਰਚੇ ਪਾਉਣ ਦਾ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ। ਬਿਲਕੁਲ ਇਸ ਮਾਮਲੇ ਦੇ ਵਿੱਚ ਸਰਕਾਰ ਕੀ ਕਰ ਰਹੀ ਹੈਗੀ ਵੀ ਪਿੱਛੇ ਵੀ ਜੇ ਕੋਈ ਛੋਟਾ ਮੋਟਾ ਕਿਸੇ ਨੇ ਕੋਈ ਮਾੜਾ ਮੋਟਾ ਪਰਚੇ ਦੇ ਵਿੱਚ ਨਾਮ ਆਇਆ ਉਹਨੂੰ ਵੀ ਚੱਕੀ ਜਾ ਰਿਹਾ, ਸ਼ਨਾਖਤਾਂ ਕਰਕੇ ਚੱਕੀ ਜਾ ਰਹੇ ਹੈਗੇ। ਵੱਡੇ ਨਾਮ ਇਸ ਤਰ੍ਹਾਂ ਰੱਖੇ ਜਾ ਰਹੇ ਜਿਵੇਂ ਉਹ ਕੋਈ ਪਤਾ ਨਹੀਂ ਕਿੱਡੇ ਕੁ ਅੰਡਰਵਰਲਡ ਦੇ ਬੰਦੇ ਹੁੰਦੇ ਆ, ਵੀ ਇਹ ਪਤਾ ਨਹੀਂ ਕਿੱਡਾ ਕੁ ਗੈਂਗਸਟਰ ਰਿਹਾ। ਈਵਨ ਕਿ ਇਹ ਸਾਰਾ ਕੁਛ ਮੈਂ ਸ਼ਬਦ ਲੈਣਾ ਨਹੀਂ ਚਾਹੁੰਦਾ ਸੀਗਾ ਇਸ ਗੱਲਬਾਤ ਦੇ ਵਿੱਚ, ਪਰ ਉਹ ਜ਼ੁਬਾਨ 'ਤੇ ਆ ਗਿਆ, ਉਸ ਦਾ ਵੀ ਆਪਾਂ ਜ਼ਿਕਰ ਕਰਨਾ ਚਾਹੁੰਦੇ ਹਾਂ। ਗੈਂਗਸਟਰ ਕੋਈ ਕਿਵੇਂ ਬਣਦਾ? ਕੋਈ ਜਦੋਂ ਜਨਮ ਲੈਂਦਾ, ਜਨਮ ਤੋਂ ਤਾਂ ਗੈਂਗਸਟਰ ਬਣਦਾ ਨਹੀਂ, ਹਾਲਾਤ ਬਣਾਉਂਦੇ ਨੇ ਬੰਦੇ ਨੂੰ ਗੈਂਗਸਟਰ, ਠੀਕ ਹੈ ਨਾ। ਹਾਲਾਤ ਕੌਣ ਸਿਰਜਦਾ? ਸਾਡਾ ਸਿਸਟਮ ਸਿਰਜਦਾ। ਸਿਸਟਮ ਦੇ ਵਿੱਚ ਸਿਸਟਮ ਕਿਹਨੇ ਕ੍ਰੀਏਟ ਕਰਨਾ ਹੁੰਦੇ? ਸਾਡੀਆਂ ਸਰਕਾਰਾਂ ਨੇ। ਅਤੇ ਜਦੋਂ ਸਰਕਾਰਾਂ ਇਹੋ ਜਿਹਾ ਸਿਸਟਮ ਕ੍ਰੀਏਟ ਕਰ ਦਿੰਦੀਆਂ ਨੇ ਜਿਹਦੇ ਵਿੱਚ ਵਿਦਰੋਹ ਕਰਨਾ ਲਾਜ਼ਮ ਹੁੰਦਾ, ਜਿਹਦੇ ਵਿੱਚ ਵਿਰੋਧ ਕਰਨਾ ਲਾਜ਼ਮ ਹੁੰਦਾ, ਤਾਂ ਉੱਥੇ ਉਹਨੂੰ ਰੂਪ ਦੇ ਦਿੱਤਾ ਜਾਂਦਾ ਕਿ ਇਹ ਤਾਂ ਗੈਂਗਸਟਰ ਆ ਜੀ, ਉੱਥੇ ਉਹਨੂੰ ਨਾਮ ਦੇ ਦਿੱਤਾ ਜਾਂਦਾ ਗੈਂਗਸਟਰ ਆ ਜੀ। ਫਿਰ ਉਸ ਤੋਂ ਬਾਅਦ ਸਮਾਜ ਦੇ ਵਿੱਚ ਉਹਦੀ ਜਿਹੜੀ ਨਿੱਜੀ ਤੌਰ 'ਤੇ ਬਦਨਾਮੀ ਕੀਤੀ ਜਾਂਦੀ ਹੈ ਗੈਂਗਸਟਰ ਕਹਿ ਕੇ, ਅਤੇ ਉਸ ਤੋਂ ਬਾਅਦ ਇੱਕ ਉਹਦੇ 'ਤੇ ਟੈਗ ਲਾ ਦਿੰਦੇ ਆ ਕਿ ਗੈਂਗਸਟਰ ਆ। ਬਹੁਤ ਸਾਡੇ ਨੌਜਵਾਨ ਜਿਹੜੇ ਇਸ ਜ਼ਿਲਤ ਭਰੇ ਇਸ ਟੈਗ ਦੇ ਵਿੱਚੋਂ ਵਿਚਰ ਰਹੇ ਨੇ। ਪਰ ਇਸ ਕਿਸਾਨੀ ਸੰਘਰਸ਼ ਨੇ ਮੈਂ ਵਿਸ਼ੇਸ਼ ਤੌਰ 'ਤੇ ਜਿਹੜੀ ਮੈਂ ਪੋਜ਼ੀਟਿਵ ਪੁਆਇੰਟ ਤੋਂ ਦੇਖ ਰਿਹਾ ਕਿ ਉਹਨਾਂ ਨੌਜਵਾਨਾਂ ਦੇ ਉੱਪਰ ਜਿਹੜਾ ਟੈਗ ਲੱਗਿਆ ਸੀ ਉਹ ਟੈਗ ਮਿਟਾ ਕੇ ਉਹਨਾਂ ਨੂੰ ਇੱਕ ਪੋਜ਼ੀਟਿਵ ਹੀਰੋ ਦੇ ਤੌਰ 'ਤੇ, ਇੱਕ ਚੰਗੇ ਆਗੂ ਦੇ ਤੌਰ 'ਤੇ ਸਾਡੇ ਸਾਹਮਣੇ ਲੈ ਕੇ ਆਂਦਾ, ਔਰ ਉਹਨਾਂ ਨੇ ਅਗਵਾਈ ਵੀ ਕੀਤੀ ਆ। ਔਰ ਇਸੇ ਅਗਵਾਈ ਕਰਨ ਦੇ ਕਾਰਨ ਹੀ ਸਾਡੇ ਪੰਜਾਬ ਦੇ ਨੌਜਵਾਨ ਉਹਨਾਂ ਦੇ ਨਾਲ ਖੜੇ ਨੇ ਔਰ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਹੈਗੇ ਮਾਰਚ ਕੀਤੇ ਜਾ ਰਹੇ। ਹਰਜਿੰਦਰ, ਜਦੋਂ ਆਪਾਂ ਦੇਖਦੇ ਹਾਂ ਕਿ ਜਦੋਂ ਤੋਂ ਪਿਛਲੇ 5-6 ਮਹੀਨਿਆਂ ਤੋਂ ਜਦੋਂ ਤੋਂ ਇਹ ਜਿਹੜਾ ਬਿੱਲਾਂ ਦੀ ਸੋਰਾ ਲੱਗੀ ਹੈ ਦੇਸ਼ ਦੇ ਕਿਸਾਨਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ, ਤੇ ਉਭਾਰ ਜਿਹੜਾ ਉੱਠਣਾ ਸ਼ੁਰੂ ਹੋਇਆ, ਔਰ 5-6 ਮਹੀਨਿਆਂ ਦੀ ਜੇ ਅਸੀਂ ਗੱਲ ਕਰੀਏ ਤੇ ਪੰਜਾਬ ਨੂੰ ਖਾਸ ਕਰਕੇ ਫੋਕਸ ਕੀਤਾ ਦੇਸ਼ ਦੀ ਸਰਕਾਰ ਨੇ ਕਿ ਅੰਦੋਲਨ ਹੈ ਜਿਹੜਾ ਕੇਵਲ ਪੰਜਾਬ ਤੱਕ ਸੀਮਤ ਹੈ। ਜਦ ਕਿ ਹੁਣ ਅਸੀਂ ਦੇਖਦੇ ਹਾਂ ਪੂਰੇ ਦੇਸ਼ ਦੇ ਜਿਹੜੇ ਕਿਸਾਨ ਹੈ ਇਹਦੇ ਲਈ ਜਾਗ ਰਹੇ ਹੈ। ਪੰਜਾਬ ਨੇ ਭਾਵੇਂ ਮੋਹਰੀ ਰੋਲ ਅਦਾ ਕੀਤਾ ਪਰ ਅਗਵਾਈ ਦਿੱਤੀ, ਇਹ ਗੱਲ ਇੱਕ ਪੱਖ ਹੈਗਾ, ਪਰ ਦੇਸ਼ ਦੇ ਤਾਂ ਪੂਰੇ ਦੇ ਕਿਸਾਨਾਂ ਦਾ ਹੀ ਜਿਹੜਾ ਹੈਗਾ ਇਹਨਾਂ ਬਿੱਲਾਂ ਨੇ, ਇਹਨਾਂ ਕਾਨੂੰਨਾਂ ਨੇ ਜਿਹੜਾ ਨੁਕਸਾਨ ਕਰਨਾ ਹੈ। ਤੁਸੀਂ ਕਿਵੇਂ ਵੇਖਦੇ ਹੋ ਕਿ ਪੰਜਾਬ ਦੇ ਸਿਰ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਕਿਸਾਨਾਂ ਦੇ ਸਿਰ ਇਹ ਗੱਲ ਨੂੰ ਮੜਨਾ ਕਿ ਕੇਵਲ ਪੰਜਾਬ ਦੇ 2% ਲੋਕਾਂ ਦੀ ਗੱਲ ਹੈਗੀ ਹੈ, ਅਤੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਆ ਜਾਂ ਦੇਸ਼ ਦੀ ਹਕੂਮਤ ਹੈ ਇਹਨੂੰ ਕਿਸ ਮਤਲਬ ਪੱਖ ਤੋਂ ਵੇਖਦੇ ਆ ਕਿ ਉਹਦਾ ਪੰਜਾਬ ਪ੍ਰਤੀ ਨਜ਼ਰੀਆ ਕੀ ਰਹੇਗਾ? ਜਗਤਾਰ, ਬਿਲਕੁਲ ਮੈਂ ਸਿਰਫ ਇਸੇ ਕਾਨੂੰਨ ਦੇ ਸੰਦਰਭ 'ਚ ਨਹੀਂ ਵੇਖ ਰਿਹਾ ਪੰਜਾਬ ਪ੍ਰਤੀ ਕੇਂਦਰ ਦੀਆਂ ਹਕੂਮਤਾਂ ਦਾ ਨਜ਼ਰੀਆ। ਪਿਛੋਕੜ 'ਚ ਚੱਲ ਗਏ। ਪੰਜਾਬ ਪਹਿਲੇ ਦਿਨ ਤੋਂ ਹੀ ਨਪੀੜਿਆ ਜਾ ਰਿਹਾ, ਪਹਿਲੇ ਦਿਨ ਤੋਂ ਹੀ ਬਹੁਤ ਸਾਰੀਆਂ ਕੇਂਦਰ ਦੀਆਂ ਬੇਰੁਖੀਆਂ ਦਾ ਸਾਹਮਣਾ ਕਰਦਾ ਆ ਰਿਹਾ। ਆਪਾਂ ਸਾਰੇ ਇਤਿਹਾਸ ਨੂੰ ਪੜ੍ਹਿਆ, ਜਾਣਦੇ ਹਾਂ, ਬਚਦੇ ਹਾਂ। ਕਾਨੂੰਨਾਂ ਦੀ ਗੱਲ ਕਰੀਏ ਤਾਂ ਕਾਨੂੰਨਾਂ ਦੇ ਪੱਖ ਤੋਂ ਕੇਂਦਰ ਸਰਕਾਰ ਪਹਿਲੇ ਦਿਨ ਤੋਂ ਇਹ ਕਹਿੰਦੀ ਆ ਰਹੀ ਹੈ ਕਿ ਇਹ ਤਾਂ ਜੀ ਜੋ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਇਹ ਸਿਰਫ ਪੰਜਾਬ ਦੇ ਕਿਸਾਨ ਨੇ ਔਰ ਮੁੱਠੀ ਭਰ ਕਿਸਾਨ ਨੇ, ਕੁਝ ਕੁ ਕਿਸਾਨ ਨੇ, ਇਹਨਾਂ ਨੇ ਜੀ ਭੜਕਾਤਾ ਦੂਸਰੇ ਕਿਸਾਨਾਂ ਨੂੰ, ਗੁੰਮਰਾਹ ਕੀਤਾ ਗਾ, ਹੋਰ ਵੀ ਵੱਖਵਾਦੀ ਵਗੈਰਾ ਇਸ ਤਰ੍ਹਾਂ ਦੇ ਸ਼ਬਦ ਯੂਜ਼ ਕੀਤੇ। ਪਰ ਇਹਦੇ ਵਿੱਚ ਸ਼ਮੂਲੀਅਤ ਕੇਰਲ ਦੇ ਕਿਸਾਨ ਦੀ ਵੀ ਆ, ਤਮਿਲਨਾਡੂ ਦੇ ਕਿਸਾਨ ਵੀ ਆਏ। ਮੈਨੂੰ ਖੁਦ ਗਵਾਲੀਅਰ ਦੀਆਂ ਲੜਕੀਆਂ, ਸਟੂਡੈਂਟ, ਵਿਦਿਆਰਥੀ ਜਥੇਬੰਦੀਆਂ ਦੇ ਉੱਥੇ ਮਿਲੇ, ਔਰ ਕਸ਼ਮੀਰ ਦੇ ਵੀ ਆਏ। ਜਦੋਂ ਇੱਕ ਵਾਰ 26 ਜਨਵਰੀ ਨੂੰ ਥੋੜ੍ਹਾ ਅੰਦੋਲਨ ਲੋਕਾਂ ਨੂੰ ਇਹ ਲੱਗਿਆ ਸੀ ਵੀ ਲੜਖੜਾ ਗਿਆ, ਉਦੋਂ ਰਾਕੇਸ਼ ਟਕੈਤ ਨੇ ਯੂਪੀ ਵਾਲੇ ਬਾਰਡਰ 'ਤੇ ਇਸ ਦੇ ਵਿੱਚ ਫਿਰ ਜਾਣ ਭਰਤੀ। ਯੂਪੀ ਵਾਲੇ ਬਾਰਡਰ ਦੇ ਉੱਪਰ ਹੋਰ ਵੀ ਸਟੇਟਾਂ ਦੇ ਜਿਹੜੇ ਹੈਗੇ ਕਿਸਾਨ ਆਏ ਆ। ਇਹ ਬਾਰ-ਬਾਰ ਸਾਡੀਆਂ ਕੇਂਦਰ ਦੀਆਂ ਹਕੂਮਤਾਂ ਜਾਂ ਪ੍ਰਧਾਨ ਮੰਤਰੀ ਸਾਹਿਬ ਦਾ ਕਹਿਣ ਦਾ ਕਾਰਨ ਕੀ ਆ? ਉਹ ਲੋਕਾਂ ਦੇ ਮਨਾਂ 'ਚ, ਇਹ ਖਾਸ ਕਰਕੇ ਸਾਡੀ ਹਕੂਮਤ ਦੇ ਪੱਖੀ ਜਿਹੜੇ ਉਹਨਾਂ ਦੇ ਪਾਰਟੀਆਂ ਦੇ ਨੁਮਾਇੰਦੇ ਨੇ, ਜਾਂ ਦੂਸਰਾ ਸਾਥ ਦੇ ਰਿਹਾ, ਵੱਡਾ ਰੋਲ ਨਿਭਾ ਰਿਹਾ ਗੋਦੀ ਮੀਡੀਆ। ਗੋਦੀ ਮੀਡੀਆ ਬਹੁ ਗਿਣਤੀ ਦੇ ਵਿੱਚ ਵੱਡੇ ਪੱਧਰ 'ਤੇ ਸਾਡੇ ਦਿਮਾਗ ਦੇ ਵਿੱਚ ਧੱਕੇ ਨਾਲ ਇਹ ਚੀਜ਼ ਭਰ ਰਿਹਾ ਵੀ ਇਹ ਤਾਂ ਜੀ ਪੰਜਾਬ ਦੇ ਕੁਝ ਕੁ ਕਿਸਾਨਾਂ ਦਾ ਅੰਦੋਲਨ ਹੈ, ਇਹ ਤਾਂ ਜੀ
ਸਿਰਫ ਜਿਹੜੇ ਹੈਗੇ ਨੇ ਇੰਨੇ ਕੁ ਮੁੱਠੀ ਭਰ ਕਿਸਾਨ ਨੇ ਜਿਹੜੇ ਦੂਸਰਿਆਂ ਨੂੰ ਗੁੰਮਰਾਹ ਕਰ ਰਹੇ ਆ, ਇਹਨਾਂ ਨੂੰ ਖੁਦ ਕੋਈ ਨੌਲੇਜ ਨਹੀਂ ਹੈ, ਇਹ ਆਏ ਆ ਜੀ ਉਵੇਂ ਆ, ਬਹੁਤ ਤਰ੍ਹਾਂ ਦੇ ਸ਼ਬਦ ਬੋਲੇ ਜਾ ਰਹੇ ਆ। ਪਰ ਇਹਦੇ ਵਿੱਚ ਜਿਹੜੀ ਹੈਗੀ ਆ ਵੱਡੀ ਗਿਣਤੀ ਦੇਸ਼ ਦੇ ਹਰ ਵਰਗ ਦੀ ਹੈਗੀ। ਇਹ ਕਾਰਨ ਕਿਉਂ ਕਹਿ ਰਹੇ ਆ? ਇਹਦਾ ਕਾਰਨ ਇੱਕ ਇਹ ਵੀ ਆ ਵੀ ਪਹਿਲਾਂ ਵੀ ਥੋੜ੍ਹਾ ਬਹੁਤਾ ਪੰਜਾਬ ਕੇਂਦਰ ਦੀਆਂ ਨੀਤੀਆਂ ਦਾ ਜਿਹੜਾ ਹੈਗਾ ਗਾ ਪ੍ਰਭਾਵ ਪਿਆ ਸਾਡੇ 'ਤੇ, ਉਹਦੇ ਸਿੱਟੇ ਸਾਨੂੰ ਭੁਗਤਣੇ ਪਏ ਹੈਗੇ। ਪਰ ਹੁਣ ਜਿਹੜਾ ਕਿਤੇ ਨਾ ਕਿਤੇ ਇਹਨਾਂ ਸ਼ਬਦਾਂ ਦੇ ਵਿੱਚ ਮੈਂ ਵੇਖਦਾ ਗਾ ਵੀ ਇਹਨਾਂ ਸ਼ਬਦਾਂ ਦੇ ਵਿੱਚ ਭਵਿੱਖ ਪ੍ਰਤੀ ਕਈ ਅਸ਼ੰਕੇ ਨੇ। ਉਹ ਅਸ਼ੰਕੇ ਕੀ ਨੇ? ਹੋ ਸਕਦਾ ਹੈ ਕੇਂਦਰ ਦੀ ਕੋਈ ਇਸ ਤਰ੍ਹਾਂ ਦੀ ਨੀਤੀ ਹੋਵੇ ਵੀ ਪੰਜਾਬ ਨੂੰ ਆਪਾਂ ਥੋੜ੍ਹਾ ਜਿਹਾ ਹੋਰ ਪੀਸ ਦਈਏ, ਨਪੀੜ ਦਈਏ, ਪੰਜਾਬ ਨੂੰ ਪਰਖਿਆ ਜਾਵੇ। ਪੰਜਾਬ ਤੁਹਾਡੀ ਗੱਲ ਮੈਂ ਟੋਕ ਕੇ ਵਿੱਚ ਇਹ ਕਹਿਣਾ, ਬਿਲਕੁਲ ਤੁਹਾਡੀ ਗੱਲ ਜਿਹੜੀ ਤੁਸੀਂ ਕਿਹਾ ਕਿ ਨੈਸ਼ਨਲ ਮੀਡੀਆ ਨੇ ਇਸ ਤਰ੍ਹਾਂ ਦਾ ਵਾਤਾਵਰਨ ਉਸਾਰਨ ਦਾ ਯਤਨ ਕੀਤਾ। ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਦੇ ਹਾਂ, ਬੀਤੇ ਦਿਨੀ ਜਿਹੜਾ ਕੁਝ ਵਾਪਰਿਆ ਕਿ ਅੰਦੋਲਨ ਦੇ ਵਿੱਚ ਸਿਰਫ ਜਿਹੜਾ ਇੱਕ ਨੈਸ਼ਨਲ ਮੀਡੀਆ ਦੇ ਵੱਡੇ ਸਮੂਹ ਵੱਲੋਂ ਇੱਕ ਜਾਣਬੁੱਝ ਕੇ ਉਸ ਤਰ੍ਹਾਂ ਦੇ ਸ਼ਾਟ ਲੈਣੇ, ਉਸ ਤਰ੍ਹਾਂ ਦੀ ਵੀਡੀਓ ਬਣਾਉਣੀ ਖਾਲੀ ਥਾਵਾਂ ਦੀ, ਉਹ ਫੜੇ ਵੀ ਗਏ ਔਰ ਉਹਨਾਂ ਨੇ ਪਛਤਾਪ ਵੀ ਕੀਤਾ ਸਮੁੱਚੇ ਮੀਡੀਆ ਦੇ ਸਾਹਮਣੇ ਕਿ ਇਹ ਜਿਹੜਾ ਅਸੀਂ ਕਰ ਰਹੇ ਸੀ ਉਹ ਗਲਤ ਕਰ ਰਹੇ ਸੀ। ਬਿਲਕੁਲ ਇਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਇਸ ਤਰ੍ਹਾਂ ਦਾ ਨੈਸ਼ਨਲ ਮੀਡੀਆ ਨੇ ਵੀ ਦੇਸ਼ ਨੇ ਪੰਜਾਬ ਨੂੰ ਅਲੱਗ ਥਲੱਗ ਕਰਨ ਦਾ ਇੱਕ ਯਤਨ ਕੀਤਾ। ਬਿਲਕੁਲ ਜਗਤਾਰ, ਤੁਸੀਂ ਨੈਸ਼ਨਲ ਮੀਡੀਆ ਤੇ ਗੱਲ ਕੀਤੀ ਹੈ, ਮੈਂ ਵੀ ਥੋੜ੍ਹਾ ਜਿਹਾ ਮੈਂ ਦੱਸਣਾ ਚਾਹੂੰਗਾ ਔਰ ਮੈਂ ਇਸ ਪਲੇਟਫਾਰਮ ਦੇ ਜ਼ਰੀਏ ਸਾਰੇ ਲੋਕਾਂ ਨੂੰ ਕਹਿਣਾ ਚਾਹੂੰਗਾ ਕਿ ਜੇਕਰ ਅਸੀਂ ਆਪਣੀ ਸੋਚ ਨੂੰ ਬਦਲਣਾ ਤਾਂ ਪਹਿਲਾਂ ਸਾਨੂੰ ਉਹ ਚੀਜ਼ਾਂ ਦੇਖਣੀਆਂ ਤੇ ਸੁਣਨੀਆਂ ਬੰਦ ਕਰਨੀਆਂ ਪੈਣੀਆਂ ਜੋ ਸਾਡੀ ਸੋਚ 'ਤੇ ਪ੍ਰਭਾਵ ਪਾਉਂਦੀਆਂ। ਜੇਕਰ ਇੱਕ ਮੀਡੀਆ, ਇੱਕ ਮਾਧਿਅਮ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਕਹੀ ਜਾ ਰਿਹਾ ਵੇ ਫਲਾਨਾ ਬੰਦਾ ਮਾੜਾ, ਫਲਾਨਾ ਬੰਦਾ ਘਟੀਆ, ਫਲਾਨਾ ਜੇ ਆ ਵੋ ਆ, ਤਾਂ ਸਾਡੀ ਸੋਚ ਸ਼ਾਮ ਤੱਕ ਉਹੀ ਜਿਹੀ ਬਣ ਜੂ। ਕਿਰਪਾ ਕਰਕੇ ਗੋਦੀ ਮੀਡੀਆ, ਜਿੱਥੇ ਆਪਾਂ ਹੋਰਾਂ ਦਾ ਬਾਈਕਾਟ ਕਰ ਰਹੇ ਹਾਂ, ਅੰਬਾਨੀ ਅੰਡਾਨੀ ਦਾ ਬਾਈਕਾਟ ਕਰ ਰਹੇ ਹਾਂ, ਸਰਕਾਰਾਂ ਦਾ ਬਾਈਕਾਟ ਕਰ ਰਹੇ ਹਾਂ, ਉੱਥੇ ਸਾਨੂੰ ਗੋਦੀ ਮੀਡੀਆ ਦਾ ਬਾਈਕਾਟ ਕਰਨਾ ਪੈਣਾ ਕਿਉਂਕਿ ਵੱਡੇ ਪ੍ਰੋਜੈਕਟ ਹੁੰਦੇ ਨੇ ਗੋਦੀ ਮੀਡੀਆ 'ਤੇ, ਵੱਡੇ ਪਲਾਂਟ ਕੀਤੇ ਜਾਂਦੇ ਨੇ, ਵੱਡਾ ਪੈਸਾ ਸੁੱਟਿਆ ਜਾਂਦਾ। ਇੱਥੇ ਮੈਂ ਇਹ ਵੀ ਗੱਲ ਕਹਿਣੀ ਚਾਹਾਂਗਾ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਜੀਓ ਦੇ ਟਾਵਰਾਂ ਦੇ ਉਖਾੜੇ ਜਾਣ ਦਾ ਦੁੱਖ ਹੋਇਆ, ਸਾਡੇ ਕਿਸਾਨਾਂ ਦਾ ਦੁੱਖ ਨਹੀਂ ਹੈ ਜਿਹੜੇ ਇੰਨੇ ਉੱਥੇ ਸ਼ਹੀਦ ਹੋ ਗਏ। ਕੜਕਦੀਆਂ ਠੰਡ ਦੀਆਂ ਰਾਤਾਂ 'ਚ, ਜਿਹੜੇ ਠੰਡ ਦੀਆਂ ਰਾਤਾਂ 'ਚ ਉੱਥੇ ਧੁੰਦਾਂ 'ਚ ਬਾਹਰ ਪਏ, ਮੀਂਹ ਦੇ ਵਿੱਚ ਭਿੱਜੇ, ਕਿਹੜੇ ਹਾਲਾਂ ਦੇ ਵਿੱਚ ਬੈਠੇ ਨੇ, ਉਹਨਾਂ ਦਾ ਨਹੀਂ ਉਹਨਾਂ ਨੂੰ ਦੁੱਖ ਹੋਇਆ। ਸੋ ਇਹ ਗੱਲਾਂ ਸਾਬਤ ਕਰਦੀਆਂ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਜਾਂ ਸਾਡੀ ਕੇਂਦਰ ਦੀ ਹਕੂਮਤ, ਬੀਜੇਪੀ ਸਰਕਾਰ ਜਿਹੜੀ ਹੈਗੀ ਆ, ਉਹ ਸਾਡੇ ਹੌਸਲੇ ਨੂੰ ਪਰਖ ਰਹੀ ਆ, ਪੰਜਾਬ ਨੂੰ ਟਾਰਗੇਟ ਕਰਕੇ ਪੰਜਾਬ ਨੂੰ ਪਰਖ ਰਹੀ ਆ। ਸ਼ਾਇਦ ਉਹਨਾਂ ਨੂੰ ਇਹ ਆ ਵੀ ਪੰਜਾਬ ਦੇ ਲੋਕ ਡਰ ਜਾਣਗੇ, ਝੁਕ ਜਾਣਗੇ ਜਾਂ ਵਿਕ ਜਾਣਗੇ ਤੇ ਥੋੜ੍ਹਾ ਬਹੁਤਾ ਡਰ ਕੇ ਸਮਝੌਤਾ ਕਰਕੇ ਰਲ ਗੱਡ ਜੇ ਹੋ ਕੇ ਤੇ ਵਾਪਸ ਚਲੇ ਜਾਣਗੇ। ਪਰ ਜਿਹੜੀ ਮੇਰੀ ਇੰਟਿਊਸ਼ਨ ਆ ਉਹ ਇਹ ਕਹਿੰਦੀ ਆ ਕਿ ਪੰਜਾਬ ਦੀ ਜਿਹੜੀ ਮਿੱਟੀ ਆ ਨਾ ਉਹ ਇੰਨੀ ਜ਼ਰਖੇਜ਼ ਆ ਵੀ ਇਹਦੇ ਵਿੱਚ ਨਾ ਤਾਂ ਦੋਗਲਾ ਪਾਣਾ, ਨਾ ਘਟੀਆ ਪਾਣਾ, ਨਾ ਕਦੇ ਵਿਕੀ ਆ। ਇੱਥੋਂ ਸਾਨੂੰ ਸ਼ਹਾਦਤਾਂ ਤੋਂ ਇਹੀ ਸਾਨੂੰ ਗੁੜਤੀ ਮਿਲੀ ਆ ਵੀ ਅਸੀਂ ਜਿਹੜੇ ਸੰਘਰਸ਼ ਦੇ ਵਿੱਚ ਜਾਂਦੇ ਹਾਂ ਜਿੱਤ ਕੇ ਮੁੜੇ ਹਾਂ ਤੇ ਕਦੇ ਅਸੀਂ ਜਿਹੜੇ ਹੈਗੇ ਨਾ ਡਰੇ ਹਾਂ ਨਾ ਝੁਕੇ ਹਾਂ। ਸਾਡੀਆਂ ਸ਼ਹੀਦੀਆਂ ਸਾਡੇ ਗੁਰੂਆਂ ਪੀਰਾਂ ਦੀਆਂ ਇਹ ਸਾਨੂੰ ਸਿਖਾਉਂਦੀਆਂ ਨੇ ਔਰ ਜਿਵੇਂ ਸਾਨੂੰ ਪਰਖ ਰਹੀ ਹੈ ਕੇਂਦਰ ਦੀ ਹਕੂਮਤ ਨਾ, ਮੈਂ ਦਾਅਵੇ ਨਾਲ ਕਹਿਣਾ ਇਸ ਪਰਖ ਦੀ ਘੜੀ ਦੇ ਵਿੱਚੋਂ, ਭਵਿੱਖ ਦੇ ਵਿੱਚੋਂ ਅਸੀਂ ਦੁੱਗਣੇ ਚੌਗਣੇ ਉੱਭਰ ਕੇ ਉੱਠਾਂਗੇ ਔਰ ਅਸੀਂ ਜਿਹੜਾ ਹੈਗਾ ਇਹੋ ਜਿਹੇ ਭਾਵੇਂ ਕਿਹੋ ਜਿਹੇ ਮਰਜ਼ੀ ਕਿੰਨੇ ਮਰਜ਼ੀ ਕਾਨੂੰਨ ਬਣ ਜਾਣ ਉਹਦਾ ਡਟ ਕੇ ਸਾਹਮਣਾ ਕਰਾਂਗੇ। ਹਰਜਿੰਦਰ, ਜਿਹੜੀ ਗੱਲ ਆਪਾਂ ਬਾਰ-ਬਾਰ ਕਰ ਰਹੇ ਹਾਂ, ਅੱਜ ਆਪਾਂ ਇੱਥੇ ਦੇਖਦੇ ਹਾਂ ਮੰਡੀ ਖੁਰਦ ਦੇ ਗੱਭਰੂਆਂ ਨੇ ਵੀ ਜਿਹੜਾ ਮਤਲਬ ਨੌਜਵਾਨਾਂ ਨੇ ਇੱਕ ਚੰਗਾ ਸੁਨੇਹਾ ਦੇਣ ਦਾ ਯਤਨ ਕੀਤਾ ਆਪਣੇ ਪਿੰਡ ਦੇ ਲੋਕਾਂ ਨੂੰ ਕਿ ਉਹਨਾਂ ਨੇ ਬਾਈਕਾਟ ਕਰਨ ਦੀ ਗੱਲਾਂ ਵੀ ਲਿਖੀਆਂ ਹੈਗੀਆਂ ਕਿ ਅਡਾਨੀ ਤੇ ਅੰਬਾਨੀ ਦਾ ਜਿਹੜਾ ਬਾਈਕਾਟ ਕੀਤਾ ਜਾਣਾ ਚਾਹੀਦਾ। ਅੰਬਾਨੀ ਤੇ ਜਿਹੜਾ ਅਡਾਨੀ ਉਹੀ ਕਿਉਂ, ਮਤਲਬ ਦੇਸ਼ ਦੇ ਸਰਮਾਏ ਪੱਖੀ ਜਿਹੜੇ ਸਰਮਾਏਦਾਰੀ ਦੇ ਜਿਹੜੇ ਕਾਰਪੋਰੇਟ ਘਰਾਣੇ ਉਹ ਤਾਂ ਹੋਰ ਵੀ ਬਹੁਤ ਨੇ, ਪਰ ਇਹ ਇਸ ਤੱਕ ਦਾ ਜਿਹੜਾ ਪੱਖ ਹੈ ਪੰਜਾਬ 'ਚ ਉਭਾਰਿਆ ਗਿਆ ਅੰਬਾਨੀ ਤੇ ਅਡਾਨੀ ਦੇ ਜਿਹੜੇ ਹੈਗੇ ਆ ਉਹੀ ਵਿਰੋਧ ਕਿਉਂ ਇੰਨਾ ਜ਼ਿਆਦਾ ਹੋ ਰਿਹਾ? ਜਗਤਾਰ, ਬਿਲਕੁਲ ਬਹੁਤ ਅਹਿਮ ਸਵਾਲ ਤੁਸੀਂ ਪੁੱਛਿਆ। ਕਾਰਪੋਰੇਟ ਤਾਂ ਆਪਣੇ ਦੇਸ਼ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਨੇ ਔਰ ਵੱਡੀ ਤਾਦਾਦ ਦੇ ਵਿੱਚ ਨੇ, ਠੀਕ ਹੈ ਨਾ, ਪਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਸੂਈ ਇੱਥੇ ਕਿਉਂ ਅਟਕੀ ਹੈ ਅੰਬਾਨੀ ਤੇ ਅੰਡਾਨੀ ਤੇ? ਉਹਦਾ ਇੱਕ ਵਿਸ਼ੇਸ਼ ਕਾਰਨ ਇਹ ਆ ਵੀ ਜਿਹੜੇ ਸਾਡੇ ਰਾਜਨੀਤਿਕ ਮਾਹਿਰ ਨੇ ਉਹ ਦੱਸਦੇ ਨੇ ਕਿ ਇਹਨਾਂ ਦੀ ਲਿਹਾਜ਼ ਅੰਬਾਨੀ ਤੇ ਅੰਡਾਨੀ ਸਾਹਿਬ ਦੀ ਜਿਹੜੀ ਲਿਹਾਜ਼ ਆ ਮੋਦੀ ਸਾਹਿਬ ਨਾਲ, ਇਹ ਅੱਜ ਦੀ ਨਹੀਂ ਹੈ, ਇਹ ਉਦੋਂ ਤੋਂ ਆ ਜਦੋਂ ਤੋਂ ਇਹ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸਨ। ਇੱਕ ਲੰਬੀ ਜਿਹੜੀ ਹੈਗੀ ਆ ਨੀਤੀ ਆ ਇਹਨਾਂ ਦੀ ਜਿਹੜੀ ਹੁਣ ਜਾ ਕੇ ਇਹਨਾਂ ਨੇ ਲਾਗੂ ਕੀਤੀ ਆ। ਦੂਸਰਾ ਕਾਰਨ, ਜਦੋਂ ਦੇਸ਼ ਦੇ ਵਿੱਚ ਵੋਟਾਂ ਹੋਈਆਂ 2014 ਦੇ ਵਿੱਚ ਬੀਜੇਪੀ ਸੱਤਾ ਦੇ ਵਿੱਚ ਆਉਂਦੀ ਆ, ਰਾਜਨੀਤਿਕ ਵਿਸ਼ੇਸ਼ਕ ਇਹ ਵੀ ਕਹਿੰਦੇ ਨੇ ਵੀ ਬੀਜੇਪੀ ਸਰਕਾਰ ਨੂੰ, ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਦੀ ਚੇਅਰ 'ਤੇ ਬਿਠਾਉਣ ਵਾਲੇ ਅੰਬਾਨੀ ਤੇ ਅੰਡਾਨੀ ਨੇ, ਕਿਉਂਕਿ ਜਦੋਂ ਇਹਨਾਂ ਦਾ ਚੱਲ ਰਿਹਾ ਸੀਗਾ ਮੀਟਿੰਗ ਦੇ ਵਿੱਚ ਵੀ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਕੌਣ ਹੋਵੇ ਤਾਂ ਪਹਿਲ ਕਦਮੀ ਬਣਦੀ ਸੀ, ਪਹਿਲ ਬਣਦੀ ਸੀ ਕਿਉਂਕਿ ਅਡਵਾਨੀ ਸਾਹਿਬ ਵੱਡੇ ਸਨ।
ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਅਡਵਾਨੀ ਸਾਹਿਬ ਦੂਸਰਾ ਚਿਹਰਾ ਸੀਗੇ। ਤਾਂ ਉਦੋਂ ਕੀ ਗੱਲ ਕਹੀ ਗਈ ਵੀ ਭਾਈ ਫਿਰ ਉੱਥੇ ਇੱਕ ਫੈਸਲਾ ਹੋਇਆ ਵੀ ਜਿਹੜਾ ਪਾਰਟੀ ਲਈ ਸਭ ਤੋਂ ਵੱਧ ਫੰਡ ਇਕੱਠਾ ਕਰੂਗਾ ਉਹ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਹੋਊਗਾ, ਉਹ ਚਿਹਰਾ ਪੇਸ਼ ਕੀਤਾ ਜਾਊਗਾ ਦੇਸ਼ ਦੇ ਵਿੱਚ। ਤਾਂ ਉੱਥੇ ਜਿਹੜਾ ਹੈਗਾ ਮੋਦੀ ਸਾਹਿਬ ਗਏ ਅੰਬਾਨੀ ਤੇ ਅੰਡਾਨੀ ਕੋਲੇ ਵੀ ਭਾਈ ਮੈਨੂੰ ਫੰਡਿੰਗ ਦੀ ਲੋੜ ਆ। ਤਾਂ ਫਿਰ ਅੰਬਾਨੀ ਤੇ ਅੰਡਾਨੀ ਉੱਥੇ ਉਹਦੇ ਜਾ ਕੇ ਪਿੱਛੇ ਉਹਨਾਂ ਨੇ ਪਿੱਠ ਥਾਪੜੀ ਵੀ ਮੋਦੀ ਸਾਹਿਬ ਖੁੱਲ੍ਹ ਕੇ ਚੋਣਾਂ ਲੜੋ, ਅਸੀਂ ਤੁਹਾਡੇ ਪਿੱਛੇ ਖੜ੍ਹੇ ਹਾਂ। ਇਹੀ ਕਾਰਨ ਆ ਵੀ ਅੱਜ ਹਰ ਇੱਕ ਅਦਾਰਾ, ਭਾਵੇਂ ਰੇਲਵੇ ਆ, ਹਵਾਈ ਜਹਾਜ਼ ਆ, ਬੰਦਰਗਾਹਾਂ ਨੇ, ਰਿਲਾਇੰਸ ਹੋ ਗਿਆ, ਹੋਰ ਸਾਰਾ A to Z ਜੋ ਵੀ ਹੈ ਉਹ ਅੰਬਾਨੀ ਤੇ ਅੰਡਾਨੀ, ਇਹਨਾਂ ਦੋਨਾਂ ਨੂੰ ਇਹਨਾਂ ਨੂੰ ਇਹ ਇੱਕ ਵੱਡਾ ਕਾਰਨ ਆ। ਇਸ ਕਰਕੇ ਵੀ ਜਿਹੜਾ ਹੈਗਾ ਪ੍ਰਧਾਨ ਮੰਤਰੀ ਸਾਹਿਬ ਦੀ ਸੂਈ ਇੱਥੇ ਅਟਕੀ ਹੋਈ ਆ, ਜਦ ਕਿ ਨਾਲ ਨਾਲ ਜਿਹੜਾ ਹੈਗਾ ਹੋਰ ਛੋਟੇ ਮੋਟੇ ਕਾਰਪੋਰੇਟਰ ਜਿਹੜੇ ਹੈਗੇ ਨੇ ਉਹ ਵੀ ਨਾਲ ਨਾਲ ਉੱਠਦੇ ਆਏ। ਜਿਵੇਂ ਬਾਬਾ ਰਾਮਦੇਵ ਨੂੰ 2014 ਤੋਂ ਪਹਿਲਾਂ ਕੌਣ ਜਾਣਦੇ ਸੀ, ਉਹਨਾਂ ਨੇ ਵੀ ਸਰਕਾਰ ਨੂੰ ਲਿਆਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ। ਸਭ ਨੂੰ ਯਾਦ ਆ ਜਦੋਂ ਬਾਬਾ ਜੀ ਨੇ ਉੱਥੇ ਧਰਨਾ ਦਿੱਤਾ ਸੀ ਤੇ ਰਾਤ ਨੂੰ ਸਲਵਾਰ ਪਾ ਕੇ ਭੱਜੇ ਸੀ, ਹੈ ਨਾ। ਉਹ ਘਟਨਾ ਕਿਸੇ ਤੋਂ ਭੁੱਲੀ ਨਹੀਂ ਹੈ। ਉਸ ਤੋਂ ਬਾਅਦ ਕੀ ਹੋਇਆ, ਰਾਮਦੇਵ ਜੀ ਨੇ ਕੀ ਕਿਹਾ ਸੀ, ਕਾਲਾ ਧਨ ਵਾਪਸ ਆਊਗਾ, ਪੈਟਰੋਲ ਸਸਤਾ ਹੋ ਜਾਊਗਾ, ਜੇ ਹੋ ਜੂ ਉਹ ਹੋ ਜੂ। ਅੱਜ ਪੈਟਰੋਲ ਕਿੱਥੇ ਆ, 100 ਦੇ ਨੇੜੇ ਆ, ਠੀਕ ਆ ਨਾ। ਪਰ ਬਾਬੇ ਨੇ ਉਹ ਸਾਰੇ ਇਹਨਾਂ ਦੀ ਹੈਲਪ ਕਰਕੇ ਆਪਦਾ ਬਿਜ਼ਨਸ ਚਲਾ ਲਿਆ। ਪਤੰਜਲੀ ਕਿੱਥੇ ਚਲਾ ਗਿਆ? ਅੱਜ ਜਿਹੜਾ ਹੈਗਾ ਮੌਲਾਂ ਦੇ ਵਿੱਚ ਪਤੰਜਲੀ ਇੱਕ ਬ੍ਰਾਂਡ ਬਣ ਕੇ ਪਿਆ ਬਰਾਬਰ ਹੋਰ ਚੀਜ਼ਾਂ ਦੇ। ਅੰਡਾਨੀ ਦਾ ਫੋਰਚੂਨ ਤੇਲ ਪਿਆ ਗਾ, ਹੋਰ ਬੜੇ ਪ੍ਰੋਡਕਟ ਪਏ ਨੇ। ਸੋ ਇਸ ਕਰਕੇ ਕਾਰਪੋਰੇਟਰ ਹੋਰ ਵੀ ਬਹੁਤ ਨੇ ਦੇਸ਼ ਦੇ ਵਿੱਚ ਜਿਹੜੇ ਹੁਣ ਆਪਾਂ ਥੋੜ੍ਹੀ ਜਿਹੀ ਮੈਂ ਇੱਥੇ ਜ਼ਿਕਰ ਕਰਨਾ ਚਾਹੂੰ, ਆਪਾਂ ਜੀਓ ਦੇ ਸਿਮ ਪੋਰਟ ਕਰਵਾਏ, ਏਅਰਟੈਲ 'ਚ ਚਲੇ ਗਏ। ਏਅਰਟੈਲ ਦੇ ਵਿੱਚ ਇੰਨੇ ਜ਼ਿਆਦਾ ਚਲੇ ਗਏ ਵੀ ਏਅਰਟੈਲ ਦਾ ਵੀ ਨੈਟਵਰਕ ਡਿਸਟਰਬ ਹੋਣ ਲੱਗ ਗਿਆ। ਪਰ ਏਅਰਟੈਲ ਵੀ ਤਾਂ ਕਾਰਪੋਰੇਟ ਆ, ਵੋਡਾਫੋਨ ਵੀ ਤਾਂ ਕਾਰਪੋਰੇਟ ਆ। ਜੇ ਅੱਜ ਰਿਲਾਇੰਸ ਆਪਣੀ ਇਸ ਤਰ੍ਹਾਂ ਛਿੱਲ ਲਾ ਰਿਹਾ ਤਾਂ ਨੈਚੁਰਲੀ ਆ ਜਦੋਂ ਇਹਨਾਂ ਦੇ ਹੱਥ ਪਾਵਰ ਆਊਗੀ ਏਅਰਟੈਲ ਦੇ ਤਾਂ ਇਹ ਵੀ ਆਪਣੀ ਛਿੱਲ ਲਾਉਣਗੇ। ਸੋ ਜਿਹੜਾ ਕਾਰਪੋਰੇਟ ਘਰਾਣਾ ਉਹਨੇ ਤਾਂ ਆਪਣਾ ਮੁਨਾਫਾ ਦੇਖਣਾ, ਉਹਨੂੰ ਲੋਕਾਂ ਪ੍ਰਤੀ, ਕਿਸਾਨਾਂ ਪ੍ਰਤੀ, ਮਜ਼ਦੂਰਾਂ ਪ੍ਰਤੀ ਕੁਛ ਨਹੀਂ। ਇਸੇ ਕਰਕੇ ਜਿਹੜਾ ਹੈਗਾ ਗਾ ਮੋਦੀ ਸਾਹਿਬ ਵੀ ਇੱਕ ਕਾਰਪੋਰੇਟ ਇਹਨਾਂ ਦੇ ਘਰਾਣੇ ਦਾ ਇੱਕ ਕਹਿ ਸਕਦੇ, ਇਹਨਾਂ ਦਾ ਅੰਬਾਨੀ ਅਡਾਨੀ ਦਾ ਇੱਕ ਪਿਆਦਾ ਨੇ, ਜਿਹੜੇ ਸਿਰਫ ਆਪਣੇ ਉਹਨਾਂ ਲਈ ਸੋਚਦੇ ਨੇ, ਅੰਬਾਨੀ ਤੇ ਅੰਡਾਨੀ ਵਾਸਤੇ ਸੋਚਦੇ ਨੇ। ਉਹ ਕਿਉਂ ਸਾਡੇ ਕਿਸਾਨਾਂ ਲਈ ਸੋਚਣਗੇ? ਇਸੇ ਕਰਕੇ ਸੂਈ ਇੱਥੇ ਅਟਕੀ ਹੋਈ ਆ। ਉਹ ਕਿਸਾਨਾਂ ਲਈ ਨਹੀਂ ਸੋਚਦੇ, ਉਹ ਇਹਨਾਂ ਲਈ ਸੋਚਦੇ। ਦੋਸਤੋ, ਅਸੀਂ ਕਰ ਰਹੇ ਸੀ ਕਿਸਾਨੀ ਅੰਦੋਲਨ ਤੇ ਖਾਸ ਗੱਲਬਾਤ, ਔਰ ਮੇਰੇ ਨਾਲ ਸਨ ਸਾਡੇ ਹਰਜਿੰਦਰ ਸਿੱਧੂ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਸਮਾਂ 'ਚੋਂ ਸਮਾਂ ਕੱਢਿਆ। ਸ਼ੁਕਰੀਆ ਜਗਤਾਰ, ਇਸ ਅਹਿਮ ਗੱਲਬਾਤ ਦਾ ਮੈਨੂੰ ਹਿੱਸਾ ਬਣਾਉਣ ਲਈ। ਔਰ ਬਹੁਤ ਚੰਗਾ ਲੱਗਿਆ ਕਿਸਾਨੀ ਸੰਘਰਸ਼ ਨਾਲ ਜੁੜੀਆਂ ਹੋਈਆਂ ਉਹ ਗੱਲਾਂ ਜੋ ਕਾਫੀ ਸਮੇਂ ਤੋਂ ਅਬਜ਼ਰਵ ਕੀਤੀਆਂ ਸਨ ਔਰ ਤੁਹਾਡੇ ਨਾਲ ਸਾਂਝੀਆਂ ਕਰਕੇ। ਖਾਸ ਕਰਕੇ ਮੈਂ ਵਧਾਈ ਦੇਣਾ ਚਾਹਾਂਗਾ ਮੰਡੀ ਖੁਰਦ ਦੇ ਨੌਜਵਾਨਾਂ ਨੂੰ, ਜਿਨ੍ਹਾਂ ਨੇ ਇੰਨੇ ਮਹਾਨ ਸ਼ਬਦ ਔਰ ਸੋਹਣੇ ਸਲੋਗਨ ਆਪਣੀਆਂ ਕੰਧਾਂ ਦੇ ਉੱਪਰ ਲਿਖੇ, ਲੋਕਾਂ ਨੂੰ ਜਾਗਰੂਕ ਕਰਨ ਲਈ, ਚੇਤਨ ਕਰਨ ਲਈ। ਸ਼ੁਕਰੀਆ ਦੋਸਤੋ, ਤੁਹਾਨੂੰ ਸਾਡੀ ਇਹ ਗੱਲਬਾਤ ਕਿੱਦਾਂ ਲੱਗੀ? ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਸਾਡੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬ, ਤਾਂ ਜੋ ਆਉਣ ਵਾਲੇ ਦਿਨਾਂ 'ਚ ਸਾਡੇ ਇਸ ਤਰ੍ਹਾਂ ਦੀਆਂ ਨਿਊਜ਼, ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ, ਨੋਟੀਫਿਕੇਸ਼ਨ 'ਚ ਮਿਲ ਸਕਣ ਸਾਡੀਆਂ ਇਸ ਤਰ੍ਹਾਂ ਦੀ ਗੱਲਬਾਤ ਦੇ। ਮੇਰੇ ਨਾਲ ਕੈਮਰਾਮੈਨ ਸ਼ਰਨਜੀਤ ਮੌੜ ਮੰਡੀ ਖੁਰ ਤੋਂ, ਮੈਂ ਜਗਤਾਰਨ ਜਾਨ।